ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਸੱਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਸੱਦ ਦੇ ਅੱਖਰ ਵੀ ਅਰਥ ਹੁੰਦੇ ਨੇ ਕਿ ਸੱਦਾ ਦੇਣਾ, ਆਵਾਜ਼ ਮਾਰਨੀ। ਗੁਰੂ ਅਮਰਦਾਸ ਮਹਾਰਾਜ ਅਖੀਰਲੇ ਸਮੇਂ ਜਿਹੜੀ ਆਵਾਜ਼ ਮਾਰੀ, ਸਾਰਿਆਂ ਨੂੰ ਇਕੱਠਾ ਕੀਤਾ। ਜਗ ਦਾਤਾ ਸੋਏ ਭਗਤ ਵਸ਼ਲ ਤਿਹੁ ਲੋਏ ਜੀਓ। ਗੁਰ ਸ਼ਬਦ ਸਮਾਵੈ ਅਵਰ ਨ ਜਾਣੇ ਕੋਇ ਜੀਓ। ਅਵਰੁ ਨ ਜਾਣਹਿ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ। ਸ਼ਬਦ ਗੁਰ ਕੈ ਦਲਾਵਾਂ ਨਾਲ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ। ਅੱਛਾ, ਇਹਦਾ ਵਿਸ਼ਰਾਮ ਇੱਕ ਇੱਥੇ ਲਾਉਂਦੇ ਨੇ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ। ਹੁਣ ਜਿਹੜਾ ਵਿਸ਼ਰਾਮ ਹੈ ਗੁਰੂ ਤੇ ਲਾ ਕੇ, ਗੁਰੂ ਜਿਹੜਾ ਹੈ ਉਹ ਨਾਨਕ ਵਾਲੇ ਪਾਸੇ ਜੋੜ ਦੇਣਾ, ਤੇ ਅੰਗਦ ਦੇ ਉੱਤੇ ਵਿਸ਼ਰਾਮ ਜਿਹੜਾ ਸੰਬੋਧਨ ਵਾਚਕ ਪਹਿਲੋਂ ਲੱਗ ਜਾਣਾ। ਫਿਰ ਪਰਮ ਪਦਵੀ ਪਾਵਹਿ। ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਹਰ ਭਾਣਾ ਗੁਰ ਭਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰੱਖੋ ਹਰ ਜਨਹਿ ਕੀਰੀ ਹਰ ਦੇਹੋ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਏ ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ। ਧੰਨ ਧੰਨ ਕਹੈ ਸ਼ਾਬਾਸ ਜੀਓ। ਮੇਰੇ ਸਿੱਖ ਸੁਨਹੁ ਪੁੱਤ ਭਾਈ ਹੋ। ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ। ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ। ਤੁਰ ਲਿਖਿਆ ਪਰਵਾਨਾ ਫਿਰੈ ਨਾਹੀ ਗੁਰ ਜਾਹੇ ਹਰ ਪ੍ਰਭ ਪਾਸ ਜੀਓ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨ ਭਾਇਆ। ਮਿਤ ਪੈਂਜੇ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ।
ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ। ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਨ ਜੀਓ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ। ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵਹਿ। ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜੀਓ। ਮੋਹਰੇ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੇਂ ਪੈਰੀ ਸਤਿਗੁਰ ਕੇਰੀ ਸਭ ਪਵੇਂ ਪੈਰੀ ਸਤਿਗੁਰੂ ਕੇਰੀ। ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀ। ਫਿਰ ਸਤਿਗੁਰੂ ਆਨ ਨਿਵਾਇਆ ਹਰ ਗੁਰਹੇ ਭਾਨਾ ਦੀ ਵਡਿਆਈ। ਤੁਰ ਲਿਖਿਆ ਲੇਖ ਰਜਾਇ ਜੀਓ ਕਹੈ ਸੁੰਦਰ ਸੁਨਹੁ ਸੰਤੋ ਸਭ ਜਗਤ ਪੈਰੀ ਪਾਏ ਜੀਓ। ਇਹ ਬਾਣੀ ਅਕਸਰ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਉਹਦੇ ਭੋਗ ਤੇ ਵੀ ਪੜ੍ਹੀ ਜਾਂਦੀ ਆ। ਦੂਸਰਾ ਇਸ ਬਾਣੀ ਦੇ ਵਿੱਚ ਦੋ ਇਤਿਹਾਸਿਕ ਪੱਖ ਹੈਗੇ ਨੇ। ਇੱਕ ਤਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ, ਦੂਸਰਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣੀ। ਤੀਸਰਾ ਇਹਦੇ ਵਿੱਚ ਬਹੁਤ ਵੱਡਾ ਪੱਖ ਇਹ ਸੀ ਕਿ ਜਦੋਂ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਗਈ ਤੇ ਅੰਤਮ ਸੰਸਕਾਰ ਜਿਹਨੂੰ ਕਹਿੰਦੇ ਅਸੀਂ, ਉਹ ਅੰਤਮ ਸੰਸਕਾਰ ਦੀ ਜਿਹੜੀ ਕਿਰਿਆ ਹੈ ਉਹ ਇਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਦਰਜ ਕਰ ਦਿੱਤੀ। ਉਹੀ ਫਿਰ ਅਸੀਂ ਰਹਿਤ ਮਰਿਆਦਾ 'ਚ ਪੜ੍ਹਦੇ ਹਾਂ ਕਿ ਜਿਵੇਂ ਇਹਦੇ 'ਚ ਲਿਖਿਆ ਸੀ ਕਿ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਸਿੱਖ ਨੇ ਕਰਮਕਾਂਡ ਕੋਈ ਨਹੀਂ ਕਰਨਾ। ਕੀ ਕਰਨਾ? ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ। ਨਿਰਵਾਨ ਕੀਰਤਨ ਹੋਵੇ। ਨਿਰਵਾਨ ਦਾ ਮਤਲਬ ਲਗਾਤਾਰ ਕੀਰਤਨ ਹੁੰਦਾ ਹੋਵੇ। ਫਿਰ ਉਸ ਤੋਂ ਬਾਅਦ ਕੀ ਆ? ਕੇਸੋ ਗੋਪਾਲ ਪੰਡਤ ਸੱਦਿਓ। ਗੋਪਾਲ ਪੰਡਤ ਦੇ ਇੱਥੇ ਅਰਥ ਨੇ ਕਿ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਗੁਰਮਤ ਦੀ ਗੱਲ ਨੂੰ ਕਰਨ ਵਾਲਾ, ਕਥਾ ਵਾਲਾ ਸੱਦਿਆ ਜਾਵੇ ਤੇ ਉਹ ਕਥਾ ਵਿਚਾਰ ਕੀਤੀ ਜਾਵੇ। ਉਸ ਸਮੇਂ ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਨ ਜੀ। ਅਤੇ ਪੁਰਾਨ ਦੇ ਅਰਥ ਨੇ ਇੱਕ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਕਥਾ ਕੀਤੀ ਜਾਵੇ। ਇਸ ਕਰਕੇ ਬਾਣੀ ਦੀਆਂ ਜਿਹੜੀਆਂ ਖਾਸ ਵਿਸ਼ੇਸ਼ਤਾਈਆਂ ਇਹ ਹੈ, ਇੱਕ ਤਾਂ ਰਹਿਤ ਮਰਿਆਦਾ ਦਾ ਬੜਾ ਵੱਡਾ ਪੱਖ ਇਹਦੇ ਵਿੱਚ, ਦੂਸਰਾ ਇਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ, ਅਤੇ ਤੀਸਰਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣੀ। ਭਾਵੇਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਆਪਣੇ ਹੀ ਪੁੱਤਰ ਸੀ, ਸਤਿਗੁਰੂ ਮਹਾਰਾਜ ਜੀ ਨੇ ਬਾਣੀ 'ਚ ਦਰਜ ਕਰ ਦਿੱਤਾ ਕਿ ਮੋਹਨ ਨਹੀਂ ਚੁੱਕਿਆ ਮੋਹਰੀ ਪੁੱਤ ਸਨਮੁਖ ਹੋਇਆ। ਗੁਰੂ ਸਾਹਿਬ ਨੇ ਇੱਥੋਂ ਤੱਕ ਵੀ ਲਿਖਿਆ ਹੈ ਕਿ ਕੋਈ ਕਰ ਬਖੀਲੀ ਨਿਵੇਂ ਨਾਹੀਂ ਫਿਰ ਸਤਿਗੁਰੂ ਆਨ ਨਿਵਾਇਆ। ਕਈਆਂ ਨੇ ਬਖੀਲੀ ਵੀ ਕੀਤੀ, ਵਿਰੋਧ ਵੀ ਕੀਤਾ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਪੁੱਤਰ ਹੋ, ਮੇਰਾ ਪਰਿਵਾਰ ਹੋ, ਤਾਂ ਤੁਸੀਂ ਮੇਰੇ ਹੋ ਸਕਦੇ ਜੇ ਮੇਰੇ ਹੁਕਮ ਨੂੰ ਮੰਨੋਗੇ ਤਾਂ। ਸਤਿਗੁਰੂ ਮਹਾਰਾਜ ਬਖੀਲੀ ਕਰਨ ਵਾਲਿਆਂ ਨੂੰ ਵੀ ਫਿਰ ਗੁਰੂ ਰਾਮਦਾਸ ਮਹਾਰਾਜ ਅੱਗੇ ਚੁਕਾ ਦਿੱਤਾ ਸੀ। ਗਲਤ ਹੈ ਜੀ ਇਹ ਤਾਂ। ਮੈਂ ਅੱਗੇ ਤੁਹਾਨੂੰ ਸ਼ਾਇਦ ਕਿਹਾ ਸੀ ਇੱਕ ਦਿਨ ਕਿ ਮਰਿਆਦਾ ਇਹ ਆ ਕਿ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਸੀ ਜੋ ਉਹਨਾਂ ਦੇ ਅਕਾਲ ਚਲਾਣਾ ਗੁਰਪੁਰਬ ਵਾਸੀ ਹੋਏ ਅੱਜ ਦੇ ਦਿਨ। ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਾਲੇ ਪਾਸੇ ਖੜ੍ਹੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਰਦਾਸ ਕੀਤੀ। ਮੈਂ ਉਸ ਦਿਨ ਵੀ ਕਿਹਾ ਸੀ ਕਿ ਅਰਦਾਸ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਜਿੰਦੀ ਬਹੁਤ ਬੰਦਗੀ ਹੋਵੇ, ਜਿਵੇਂ ਸੰਤ ਬਾਬਾ ਪ੍ਰੇਮ ਸਿੰਘ ਜੀ ਸੀ, ਜਿਵੇਂ ਹੋਰ ਸੰਤ ਮਹਾਂਪੁਰਖ ਬੰਦਗੀ ਕਰਨ ਵਾਲਾ,
ਸੇਵਾ ਕਰਨ ਵਾਲਾ, ਜਿਹੜੇ ਐਸੇ ਪੁਰਖ ਹੁੰਦੇ ਨੇ ਉਹਨਾਂ ਦੇ ਪੈਰਾਂ ਵਾਲੇ ਪਾਸੇ ਅਰਦਾਸ ਖੜਕੀ ਹੁੰਦੀ ਆ। ਤੇ ਜਿੰਨਾ ਇਹ ਆਮ ਸੰਸਾਰੀ ਪੁਰਖ ਆ, ਅਰਦਾਸ ਉਹਦੇ ਤੋਂ ਵੱਡੀ ਆ। ਇਸ ਕਰਕੇ ਉਹਦੇ ਸਿਰ ਵਾਲੇ ਪਾਸੇ ਅਰਦਾਸ ਖੜ ਕੇ ਕੀਤੀ ਜਾਂਦੀ ਕਿ ਮਹਾਰਾਜ ਇਹਨੇ ਜੋ ਕੁਝ ਵੀ ਕੀਤਾ ਇਹਨੂੰ ਬਖਸ਼ ਲਿਓ, ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪਤਾ ਨਹੀਂ ਇਹਨੇ ਕੀ ਕੁਝ ਜ਼ਿੰਦਗੀ 'ਚ ਕੀਤਾ। ਹੁਣ ਜਿਹੜਾ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ, ਉਹਨੇ ਤੇ ਸਾਰੀ ਜ਼ਿੰਦਗੀ ਸੇਵਾ ਕੀਤੀ, ਸਿਮਰਨ ਕੀਤਾ। ਉਹਦੇ ਤੇ ਪੈਰਾਂ ਵਾਲੇ ਖਲੋ ਕੇ ਕਹਿੰਦੇ ਕਿ ਐਸੇ ਪੁਰਖ ਜਿਹੜੇ ਹੁੰਦੇ ਨੇ ਜਿਹਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੀ ਮਨ ਮਾਹੇ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਹ ਤਾਂ ਆਉਂਦੇ ਆ ਤੇ ਧੰਨ ਹੁੰਦੇ ਨੇ, ਤੇ ਜੇ ਜਾਂਦੇ ਆ ਤੇ ਤਾਂ ਵੀ ਧੰਨ ਨੇ। ਇਸ ਕਰਕੇ ਉਹ ਧੰਨਤਾ ਦੇ ਯੋਗ ਨੇ, ਤਾਂ ਕਰਕੇ ਉਹਨਾਂ ਦੇ ਪੈਰਾਂ ਵਾਲੇ ਪਾਸੇ ਖੜੇ ਹੋ ਜਾਈਦਾ ਅਰਦਾਸ ਕਰਨ ਲੱਗਿਆ। ਤੇ ਜਦੋਂ ਕੋਈ ਆਮ ਸੰਸਾਰੀ ਚੜ੍ਹਾਈ ਕਰਦਾ ਹੈ, ਉਹਦੇ ਤੇ ਹੋਰ ਭਾਰ ਨਹੀਂ ਲੱਦਣਾ ਚਾਹੀਦਾ। ਕੀ ਪਤਾ ਅੱਗੇ ਵਿਚਾਰਾ ਕਿਹੜੇ ਭਾਰ ਨੂੰ ਲੈ ਕੇ ਸੰਸਾਰ 'ਚ ਆਇਆ ਹੈ ਤੇ ਕਿਹੜਾ ਲੈ ਕੇ ਚਲੇ ਜਾਣਾ। ਤੇ ਇਹ ਮਰਿਆਦਾ ਅਸਲ ਦੇ ਵਿੱਚ, ਪਰ ਅਸਲ 'ਚ ਘਾੜਤ ਪਤਾ ਕੀ ਹੁੰਦਾ ਹੈ ਜੀ। ਜਿੱਦਾਂ ਅਸੀਂ ਬਾਣੀ ਪੜ੍ਹਦੇ, ਉੱਥੇ ਲਿਖਿਆ ਘੜੀਏ ਸ਼ਬਦ ਸੱਚੀ ਟਕਸਾਲ। ਸ਼ਬਦ ਸੱਚੀ ਟਕਸਾਲ ਦਾ ਮਤਲਬ ਹੁੰਦਾ ਹੈ ਕਿ ਟਕਸਾਲ ਦੇ ਵਿੱਚ ਇਹ ਘਾੜਤ ਘੜੀ ਜਾਂਦੀ ਹੈ ਕਿ ਜੀਵਨ ਕਿਵੇਂ ਦਾ ਹੁੰਦਾ ਹੈ। ਪ੍ਰਿੰਸੀਪਲ ਨਾ ਸਤਬੀਰ ਸਿੰਘ ਉਹਨਾਂ ਨੇ ਕਿਤਾਬ ਲਿਖੀ ਹੈ, ਉਹਦੇ ਵਿੱਚ ਕਿਤਾਬ ਦਾ ਨਾਮ ਹੈ ਮੇਰੇ ਲੈਕਚਰ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਦੀ, ਉਹਦੇ ਵਿੱਚ ਉਹਨਾਂ ਨੇ ਗ੍ਰੰਥੀ ਦੇ ਗੁਣ ਲਿਖੇ ਨੇ। ਗ੍ਰੰਥੀ ਦੇ ਗੁਣ ਕੀ ਹੁੰਦੇ ਆ, ਉਹਦੇ ਵਿੱਚ ਉਹਨਾਂ ਨੇ ਬੁਲਾਰੇ ਦੇ ਗੁਣ ਵੀ ਲਿਖੇ ਆ। ਇਹ ਬਿਲਕੁਲ ਕੁਝ ਚੀਜ਼ਾਂ ਹੁੰਦੀਆਂ ਨੇ, ਅਸੀਂ ਜੇ ਤੁਰੇ ਫਿਰਦੇ ਹਾਂ, ਮਤਲਬ ਕੁਝ ਚੀਜ਼ ਸਿੱਖ ਕੇ ਆ ਕੇ ਕਹਿ ਜਾਂਦੇ ਕਿ ਅਸੀਂ ਆਗੂ ਬਣ ਜਾਈਏ, ਬਿਲਕੁਲ ਨਹੀਂ ਇਸ ਤਰ੍ਹਾਂ ਬਣ ਸਕਦੇ। ਇਹ ਤਾਂ ਘਾੜਤ ਘੜੀ ਜਾਂਦੀ ਹੈ, ਤੇ ਘਾੜਤ ਉੱਥੇ ਘੜੀ ਜਾਂਦੀ ਜਿੱਥੋਂ ਸਿੱਖਿਆ ਮਿਲ ਸਕਦੀ ਹੋਵੇ। ਜਿਵੇਂ ਇੱਥੇ ਕੁਝ ਦਿਨ ਪਹਿਲਾਂ ਹੀ ਚਲੋ ਨਗਰ ਕੀਰਤਨ ਆਇਆ ਸੀ। ਹਾਲਾਂਕਿ ਨਗਰ ਕੀਰਤਨ ਦੀ ਮਰਿਆਦਾ ਇਹ ਆ ਕਿ ਜਿਸ ਅਸਥਾਨ 'ਤੇ ਤੁਸੀਂ ਨਗਰ ਕੀਰਤਨ ਲੈ ਕੇ ਜਾਂਦੇ ਹੋ ਨਾ, ਉੱਥੇ 5 ਪਿਆਰੇ ਘੱਟ ਤੋਂ ਘੱਟ ਜੀ। ਗੁਰੂ ਸਾਹਿਬ ਚਲੋ ਪਾਲਕੀ ਸਾਹਿਬ 'ਚ ਹੁੰਦੇ ਨੇ 5 ਪਿਆਰੇ, ਨਿਸ਼ਾਨਤੀ ਸਾਹਿਬਾਨ, ਕਿਉਂਕਿ ਮੇਨ ਅਸਥਾਨ ਸੀ ਮਹਾਂਪੁਰਖਾਂ ਦਾ ਇੱਥੇ। ਜੇ ਬੇਗੋਵਾਲ ਦੀ ਗੱਲ ਕਰਦੇ ਹਾਂ, ਤਾਂ ਬੇਗੋਵਾਲ ਸੰਤ ਬਾਬਾ ਪ੍ਰੇਮ ਸਿੰਘ ਤੋਂ ਬਗੈਰ ਕੁਝ ਵੀ ਨਹੀਂ ਆ। ਬਾਬਾ ਪ੍ਰੇਮ ਸਿੰਘ ਤੋਂ ਬਗੈਰ ਬੇਗੋਵਾਲ ਦੀ ਹੋਂਦ ਕੁਝ ਨਹੀਂ ਹੈਗੀ। ਤੇ ਅਸਲ ਦੇ ਵਿੱਚ ਮਰਿਆਦਾ ਇਹ ਹੁੰਦੀ ਆ ਕਿ 5 ਪਿਆਰੇ ਤੇ ਨਿਸ਼ਾਨਤੀ ਸਾਹਿਬਾਨ ਜਿਹੜੇ ਨੇ ਉਹ ਅੰਦਰ ਆਉਣ, ਮੱਥਾ ਟੇਕਣ, ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਕੇ ਫਿਰ ਪਾਲਕੀ ਨਾਲ ਜਾ ਕੇ ਰਲ ਜਾਣ। ਪਰ ਕਈ ਵਾਰੀ ਦੇਖੀਦਾ ਕਿ ਨਹੀਂ, ਇੱਦਾਂ ਕਰਦੇ ਹੀ ਨਹੀਂ। ਨਾ ਕੋਈ ਸਮਝਣ ਵਾਲਾ ਤੇ ਨਾ ਕੋਈ ਸਮਝਾਉਣ ਵਾਲਾ। ਦੱਸਿਆ ਨਹੀਂ ਗਿਆ ਉਹਨਾਂ ਨੂੰ ਕਿ ਚਲੋ ਤੁਸੀਂ ਅੰਦਰ ਜਾਓ ਜੀ, ਅੰਦਰ ਜਾ ਕੇ ਦਰਸ਼ਨ ਵੀ ਕਰਕੇ ਆਓ। ਸੋ ਮਰਿਆਦਾ ਹੁੰਦੀਆਂ ਨੇ ਹਰੇਕ ਚੀਜ਼ ਦੀ। ਸਾਡਾ ਜ਼ਿੰਦਗੀ, ਸਿੱਖ ਦੀ ਜ਼ਿੰਦਗੀ ਤੇ ਬੱਝੀ ਮਰਿਆਦਾ ਦੇ ਵਿੱਚ ਪਈ ਆ। ਬਿਨਾਂ ਮਰਿਆਦਾ ਤੋਂ ਗੁਰੂ ਤੇ ਸਿੱਖ ਨੂੰ ਸਿੱਖ ਹੀ ਨਹੀਂ ਮੰਨਦੇ। ਰਹਿਣੀ ਰਹੇ ਸੋਈ ਸਿੱਖ ਮੇਰਾ ਨਾ। ਤੇ ਜਿਹੜਾ ਰਹਿਤ ਤੋਂ ਬਗੈਰ ਹੁੰਦਾ ਹੈ, ਉਹਨੂੰ ਸਤਿਗੁਰੂ ਮਹਾਰਾਜ ਕੀ ਕਹਿੰਦੇ ਆ? ਰਹਿਤ ਪਿਆਰੀ ਮੁਝ ਕੋ, ਸਿੱਖ ਦੀ ਨਹੀਂ ਕੋਈ ਵੀ ਕਦਰ। ਜੇ ਰਹਿਤ ਆ ਤੇ ਸਿੱਖ ਆ, ਜੇ ਰਹਿਤ ਹੀ ਨਹੀਂ ਤੇ ਫਿਰ ਸਿੱਖ ਵੀ ਨਹੀਂ ਆ। ਸੋ ਇਸ ਕਰਕੇ ਇਹ ਚੀਜ਼ਾਂ ਘਾੜਤ ਘੜੀਆਂ ਜਾਂਦੀਆਂ। ਸੋ ਮਰਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਸਾਰੀਆਂ ਸਾਨੂੰ ਸਿੱਖਿਆਦਾਇਕ ਕੁਝ ਚੀਜ਼ਾਂ ਵੀ ਮਿਲਦੀਆਂ। ਸਾਡੇ ਇਤਿਹਾਸ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦੀਆਂ। ਜਦੋਂ ਆਪਾਂ ਜਨਮ ਸੰਸਕਾਰ ਦੀ ਗੱਲ ਕੀਤੀ ਸੀ, ਸ਼ਾਇਦ ਕਥਾ ਦੇ ਵਿੱਚ ਕੀਤੀ ਸੀ ਸਵੇਰ ਦੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ 'ਚ ਤਕਰੀਬਨ 30-32 ਸਾਲ ਬਾਅਦ ਔਲਾਦ ਹੁੰਦੀ ਪਈ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਸੀ, ਘਰ ਦੇ ਵਿੱਚ ਔਲਾਦ ਨਹੀਂ ਸੀ। 30 ਸਾਲ ਹੈਗੀ 32 ਸਾਲ, 30-32 ਸਾਲਾਂ ਬਾਅਦ ਘਰ ਦੇ ਵਿੱਚ ਔਲਾਦ ਹੋਈ ਆ। ਤੇ ਜਿੱਦਣ ਕੁੱਖ ਹਰੀ ਹੋਈ ਸੀ ਮਾਤਾ ਗੁਜਰੀ ਜੀ ਦੀ, ਮਾਤਾ ਨਾਨਕੀ ਨੇ ਜਿਹੜਾ ਉਦੋਂ ਕਰਮ ਕੀਤਾ, ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਇੱਕ ਬਕਾਇਦਾ ਇਹ ਕਥਾ ਲਿਖੀ ਹੋਈ ਆ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਉਦੋਂ ਗੁਰੂ ਦਾ ਪਰਿਵਾਰ ਜਿਹੜਾ ਸੀ ਨਾ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ, ਮਾਮਾ ਕਿਰਪਾਲ ਦਾਸ ਸੀ, ਭਾਈ ਦਿਆਲ ਦਾਸ ਸੀ, ਹੋਰ ਗੁਰਸਿੱਖ ਜਿਹੜੇ ਸਨ, ਇਹ ਉਸ ਵੇਲੇ ਤਰਬੇਨੀ ਜਿਹਨੂੰ ਕਹਿੰਦੇ ਇਲਾਹਾਬਾਦ, ਉੱਥੇ ਸੀ। ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ। ਉੱਥੇ ਤਰਬੇਨੀ ਸੰਗਮ ਜਿੱਥੇ ਆ, ਉੱਥੇ ਖੁਸ਼ਖਬਰੀ ਮਿਲੀ। ਮਾਤਾ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ 9ਵੇਂ ਗੁਰੂ ਸਾਹਿਬਾਨ ਤੱਕ, ਕਿਉਂਕਿ 9ਵੇਂ ਗੁਰੂ ਉਦੋਂ ਗੁਰਤਾ ਗੱਦੀ 'ਤੇ ਨੇ, ਨਾਮ ਲੈ ਕੇ ਬਕਾਇਦਾ ਗੁਰੂਆਂ ਦੇ
ਅਰਦਾਸ ਕੀਤੀ ਸੀ, ਸਤਿਗੁਰੂ ਮਹਾਰਾਜ ਕਿਰਪਾ ਕੀਤੀ ਹੈ ਤੁਸੀਂ ਮੇਰੀ ਨੂੰਹ ਦੇ ਉੱਪਰ, ਤੇ ਕਿਰਪਾ ਕਰਿਓ ਕੋਈ ਆਪਦੀ ਬੰਦਗੀ ਵਾਲਾ ਭਾਵਨਾ ਵਾਲਾ ਭੇਜਿਓ। ਅਰਦਾਸ ਇੰਨੀ ਕੁ ਤਾਂ ਅਸੀਂ ਵੀ ਕਰ ਸਕਦੇ ਨਾ। ਤੇ ਹੁਣ ਇਹ ਅਸਲ 'ਚ ਇਹ ਮਰਿਆਦਾ ਹੋ ਗਈ ਨਾ। ਗੁਰੂ ਸਾਹਿਬ ਜੋ ਆਪਣੇ ਜੀਵਨ 'ਚ ਕਰਦੇ ਪਏ ਆ ਉਹ ਗੁਰਸਿੱਖ ਦੇ ਜੀਵਨ 'ਚ ਹੋਣਾ ਚਾਹੀਦਾ। ਗੁਰੂ ਸਾਹਿਬ ਦੇ ਘਰ ਦੇ ਵਿੱਚ ਔਲਾਦ ਹੁੰਦੀ ਹੈ ਤੇ ਉਹ ਸ਼ੁਕਰਾਨਾ ਕਰਦੇ ਪਏ ਆ। ਮਰਿਆਦਾ ਦੇ ਦਿੱਤੀ ਨਾ ਸਾਨੂੰ ਇੱਕ, ਕਿ ਜਦੋਂ ਘਰ 'ਚ ਖੁਸ਼ੀ ਆਵੇ ਕੀ ਕਰਨਾ, ਅਰਦਾਸ ਕਰਨੀ ਆ। ਅਸੀਂ ਪ੍ਰਸ਼ਾਦ ਲੈ ਕੇ ਜਾਓ ਗੁਰੂ ਘਰ ਦੇ ਵਿੱਚ, ਅਰਦਾਸ ਕਰਕੇ ਆਓ, ਮਹਾਰਾਜ ਡਾਕਟਰ ਭਾਵੇਂ ਬਣ ਜੇ ਪਰ ਹੋਵੇ ਸਿੱਖ ਹੀ, ਭਾਵੇਂ ਇਹਨੂੰ ਫਿਲੋਸਫਰ ਬਣਾਉਂਦੀ, ਵਕੀਲ ਬਣਾਉਂਦੀ, ਵੱਡਾ ਅਫਸਰ ਬਣਾਉਂਦੀ, ਪਰ ਗੁਰਸਿੱਖ ਜ਼ਰੂਰ ਬਣਾਵੇ ਇਹਨੂੰ। ਸਿੱਖ ਭੇਜੀ ਸਾਡੇ ਘਰ ਦੇ ਵਿੱਚ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਚਮਕੌਰ ਦੀ ਗੜੀ 'ਚ ਆ, ਦੋ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਆ। ਇਤਿਹਾਸ ਕੀ ਕਹਿੰਦਾ, ਗੁਰੂ ਸਾਹਿਬ ਉੱਥੇ ਰੋਏ, ਕੁਰਲਾਏ, ਧਾ ਮਾਰੀ, ਕੁਝ ਕੀਤਾ ਇਸ ਤਰ੍ਹਾਂ ਦਾ। ਕੀ ਕੀਤਾ ਗੁਰੂ ਸਾਹਿਬ ਨੇ? ਸ਼ੁਕਰਾਨਾ ਕੀਤਾ ਨਾ। ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਸੀ ਤੇ ਤੂੰ ਲੈ ਗਏ, ਇਹਦੇ ਵਿੱਚ ਕਾਹਦਾ ਰੋਸ, ਕਾਹਦਾ? ਮਰਿਆਦਾ ਹੈ ਨਾ, ਸਾਡੇ ਜੀਵਨ 'ਚ ਮਰਿਆਦਾ ਦੇ ਦਿੱਤੀ ਕਿ ਜੋ ਕੁਝ ਸਾਨੂੰ ਮਿਲਦਾ ਇਹ ਉਹਦੀ ਦਾਤ ਹੈ, ਤੇ ਜੇ ਚਲੇ ਜਾਵੇ ਤਾਂ ਸ਼ੁਕਰਾਨਾ, ਮਹਾਰਾਜ ਸ਼ੁਕਰ ਤੇਰਾ, ਤੂੰ ਆਪਣਾ, ਤੇਰਾ ਸੀ ਤੂੰ ਲੈ ਗਿਆ। ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਕਿਹਾ ਕਿ ਤੇਰਾ 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 ਤੇਰਾ, ਉਹਨਾਂ ਕੀ ਮਤਲਬ ਸੀ? ਜੇ ਪੁੱਤਰ ਦਿੱਤੇ ਤੇਰਾ, ਜੇ ਧੀ ਦਿੱਤੀ ਤੇਰਾ, ਜੇ ਘਰ ਦਿੱਤਾ ਤੇਰਾ, ਜੇ ਲੈ ਜਾਏਗਾ ਤੇ ਤੇਰਾ ਹੀ ਲੈ ਗਿਆ, ਤੂੰ ਮੇਰਾ ਕੀ ਉੱਥੇ ਰਹਿ ਗਿਆ? ਇੱਕ ਸਿੱਖ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ 'ਤੇ ਉਹ ਆਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿੱਖ ਸੀ, ਭਾਈ ਮੀਆਂ। ਉਹ ਸਿੱਖ ਨੂੰ ਨਾ ਗੁਰੂ ਸਾਹਿਬ ਨੇ ਇੱਕ ਬਲਦ ਦਿੱਤਾ ਸੀ, ਦੱਖਣੀ ਬਲਦ, ਇੱਕ ਨਗਾਰਾ ਦਿੱਤਾ ਸੀ, ਇੱਕ ਨਿਸ਼ਾਨ ਸਾਹਿਬ ਦਿੱਤਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ, ਉਹ ਸਿੱਖ ਦਰਸ਼ਨ ਕਰਨ ਵਾਸਤੇ ਆਇਆ। ਯੂਪੀ ਦੇ ਵਿੱਚ ਉਹਨੇ ਲਖਨਊ ਦੇ ਇਲਾਕੇ 'ਚ ਬਹੁਤ ਪ੍ਰਚਾਰ ਕੀਤਾ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ, ਦੀਵਾਨ ਲੱਗਾ ਸੀ ਤੇ ਉਹ ਨਗਾਰਾ ਖੜਕਾਉਂਦਾ ਹੁੰਦਿਆ ਸੀ। ਗੁਰੂ ਸਾਹਿਬ ਨੇ ਕਿਹਾ ਕੌਣ? ਸਤਿਗੁਰੂ ਮਹਾਰਾਜ ਨੂੰ ਸਿੱਖ ਕਹਿੰਦੇ, ਸਤਿਗੁਰੂ ਮਹਾਰਾਜ ਤੁਹਾਡਾ ਹੀ ਸਿੱਖ ਹੈਗਾ ਜੀ। ਕਹਿੰਦੇ ਨਗਾਰਾ ਖੜਕਾਈ ਜਾਂਦਾ, ਪਤਾ ਨਹੀਂ ਦੀਵਾਨ ਲੱਗਾ। ਕਹਿੰਦੇ ਖੋਲੋ ਨਗਾਰਾ। ਬਲਦ ਵੀ ਖੋਲਿਆ, ਨਿਸ਼ਾਨ ਸਾਹਿਬ ਵੀ ਖੋਲਿਆ। ਸਤਿਗੁਰੂ ਮਹਾਰਾਜ ਦੇ ਸਾਹਮਣੇ ਚੌਂਕੜਾ ਮਾਰ ਕੇ ਚੁੱਪ ਕਰਕੇ ਬਹਿ ਗਏ, ਸਿਰ ਥੱਲੇ ਕਰਕੇ। ਗੁਰੂ ਸਾਹਿਬ ਨੂੰ ਕਹਿੰਦੇ ਦੁੱਖ ਨਹੀਂ ਹੋਇਆ ਕੋਈ ਤੇਰਾ ਨਗਾਰਾ ਖੋਲਿਆ? ਕਹਿੰਦਾ ਮੇਰਾ ਕਿਹੜਾ ਆਪਣਾ ਸੀ। ਬਲਦ ਤੇਰਾ ਖੋਲਿਆ? ਕਹਿੰਦੇ ਮੇਰਾ ਕਿਹੜਾ ਆਪਣਾ ਸੀ। ਉਹ ਨਿਸ਼ਾਨ ਮੇਰਾ ਕਿਹੜਾ ਆਪਦਾ ਸੀ। ਕਹਿੰਦੇ ਦੁੱਖ ਨਹੀਂ ਹੋਇਆ? ਕਹਿੰਦਾ ਨਹੀਂ ਤੂੰ ਹੀ ਦਿੱਤਾ, ਇਹ ਖੋਲਿਆ, ਇਹਦੇ 'ਚ ਕਾਹਦਾ ਦੁੱਖ ਸੀ। ਗੁਰੂ ਸਾਹਿਬ ਕਹਿੰਦੇ ਨਹੀਂ, ਇਹਨੂੰ ਸਾਰਾ ਕੁਝ ਵਾਪਸ ਦਿਓ ਅਤੇ ਨਾਲ ਪੋਥੀ ਵੀ ਬਾਣੀ ਦੀ ਦਿਓ, ਬਾਣੀ ਦਾ ਪ੍ਰਚਾਰ ਵੀ ਕਰਿਆ ਕਰੇ। ਗੁਰੂ ਜੋ ਕੁਝ ਦਿੰਦਾ ਹੈ ਉਹ ਦਾਤ ਹੈ, ਕੁਛ ਵੀ ਦੇ ਦਿੱਤਾ। ਅਤੇ ਜੇ ਲੈ ਲੈਂਦਾ ਉਹਦੀ ਵਸਤਿਆ, ਤੇਰਾ ਕੀ ਆ ਤੁਝੇ ਕਿਆ, ਤੂੰ ਤੇ ਹੁੰਦੀ ਆ, ਦਾਤ ਤੋਂ ਲੈ ਜਾਂਦਾ। ਇਸ ਕਰਕੇ ਇਹ ਮਰਿਆਦਾ ਗੁਰੂ ਸਾਹਿਬ ਨੇ ਦਿੱਤੀ। ਸ਼ੁਕਰਾਨਾ ਸਤਿਗੁਰੂ ਮਹਾਰਾਜ ਨੇ ਕੀਤਾ ਕਿ ਕੱਲ ਚਾਰ ਥੇ ਅੱਜ ਦੋ ਹੈ, ਸਹਿਰ ਜੇਬੀ ਨਾ ਹੋਗੇ, ਹਮ ਤੇਰੀ ਦਰਗਾਹ ਮੇਂ ਸੁਰਖਰੂ ਹੋਂਗੇ। ਕੱਲ ਚਾਰ ਸੀ ਪੁੱਤਰ ਸੀ, ਅੱਜ ਦੋ ਨੇ, ਕੱਲ੍ਹ ਨੂੰ ਇਹ ਵੀ ਨਹੀਂ ਹੋਣੇ। ਤੇ ਕਹਿੰਦੇ ਫਿਰ ਕੀ ਹੋਇਆ ਜੀ, ਇਹ ਤਾਂ ਪਰਮਾਤਮਾ ਨੇ ਦਿੱਤੇ ਸੀ, ਜੇ ਉਹ ਲੈ ਗਿਆ ਤਾਂ ਇਹਦੇ ਵਿੱਚ ਕਿਹੜੀ ਗੱਲ ਹੈ। ਸੋ ਅਫਸੋਸ, ਗੁਰੂ ਕਹਿੰਦਾ ਨਹੀਂ, ਸ਼ੁਕਰਾਨਾ ਹੋ ਸਕਦਾ ਹੈ ਕਿ ਜਿੰਨੀ ਨਿਭਗੀ, ਜੋ ਸੀ, ਜੋ ਸਾਥ ਸੀ। ਅਸਲ 'ਚ ਅਸੀਂ ਸਾਰੇ ਨਾ ਇਹ ਸੰਜੋਗ ਦੇ ਬੱਝੇ ਹੋਏ ਹਾਂ ਜੀ। ਇੱਥੇ ਤੁਹਾਡਾ ਮੇਰਾ ਵੀ ਸੰਜੋਗ ਹੀ ਆ, ਨਹੀਂ ਤਾਂ ਮੈਂ ਕਿੱਥੇ ਤਰਨ ਤਾਰਨ ਦੇ ਵਿੱਚ ਡਿਊਟੀ ਲਾ ਕੇ ਬੈਠਾ ਸੀ। ਇੱਥੇ ਪਤਾ ਨਹੀਂ ਕਿਹੜਾ ਸੰਜੋਗ ਹੀ ਮੈਨੂੰ ਲੈ ਕੇ ਆਇਆ ਤੁਹਾਡੇ ਕੋਲ। ਸੰਜੋਗ ਹੈ, ਪਿਛਲਾ ਸੰਜੋਗ ਸੀ ਇਹ। ਅਸਲ 'ਚ ਇਹ ਸੰਜੋਗ ਪਿਛਲੇ ਗਾਂਹ ਚੱਲਦੇ ਅਤੇ ਆਹ ਵਾਲੇ ਅੱਗੇ ਤੁਰੇ ਜਾਣੇ ਆ। ਇਹ ਸੰਜੋਗ ਹੀ ਚੱਲਣੇ ਆ ਜੀ। ਅਸੀਂ ਜੋ ਮਿਲੇ, ਪਰਿਵਾਰ ਮਿਲਿਆ, ਘਰ ਵਾਲੀ ਮਿਲੀ, ਪੁੱਤਰ ਮਿਲੇ, ਧੀਆਂ ਮਿਲੇ, ਸੰਗਤ ਮਿਲੀ, ਸੰਜੋਗ ਸੀ ਸਾਡੇ ਪਿਛਲੇ ਮਿਲੇ। ਹੁਣ ਜਿਹੜਾ ਤਾਂ ਇੱਥੋਂ ਨਿਭ ਗਿਆ, ਪੂਰਾ ਹੋ ਗਿਆ। ਪੂਰੇ ਦਾ ਮਤਲਬ ਇਹ ਨਹੀਂ ਮਰ ਖੱਪ ਗਿਆ, ਪੂਰੇ ਦਾ ਮਤਲਬ ਜਿਹੜਾ ਰੱਬ 'ਚ ਲੀਨ ਹੋ ਗਿਆ, ਉਹਦਾ ਸੰਜੋਗ ਨਹੀਂ ਸਾਡੇ ਨਾਲ ਗਾਂਹ ਬਣਨਾ। ਅਤੇ ਜਿਹੜਾ ਨਾਮ ਨਿਭਿਆ, ਨਾ ਪੂਰਾ ਹੋਇਆ, ਨਾ ਪਰਮਾਤਮਾ 'ਚ ਲੀਨ ਹੋਇਆ, ਉਹ ਗਾਂਹ ਜਾ ਕੇ ਫਿਰ ਸਾਨੂੰ ਕਿਤੇ ਨਾ ਕਿਤੇ ਮਿਲ ਪੈਣਾ। ਕਦੀ ਧੀ ਬਣੇਗਾ, ਕੋਈ ਪੁੱਤਰ ਬਣੇਗਾ, ਕੋਈ ਪਿਓ ਬਣ ਕੇ ਮਿਲੇਗਾ, ਕੋਈ ਸੱਜਣ ਬਣ ਕੇ ਮਿਲ ਜਾਏਗਾ, ਕੋਈ ਰਿਸ਼ਤੇਦਾਰ ਬਣ ਕੇ ਮਿਲ ਜਾਏਗਾ। ਇੱਥੋਂ ਤੱਕ ਕਿ ਜਿਹੜੇ ਪਸ਼ੂ ਪੰਛੀ ਅਸੀਂ ਘਰ ਦੇ ਵਿੱਚ ਰੱਖ ਕੇ ਬੈਠੇ ਆ ਨਾ, ਇਹ ਵੀ ਸੰਜੋਗ ਆ। ਇਹ ਵੀ ਕੋਈ ਪੁਰਾਣਾ ਪਿਛਲਾ ਸੰਜੋਗ ਸੀ। ਉਹ ਚਲੋ ਮਨੁੱਖਾ ਸਰੀਰ ਨਹੀਂ ਮਿਲਿਆ, ਕਰਮ ਉੱਦਾਂ ਦੇ ਹੋ ਜਾਂਦੇ ਆ ਨਾ, ਅਤੇ ਸੰਜੋਗ ਇੱਦਾਂ ਦਾ ਬਣਿਆ, ਕੁੱਤਾ ਬਣ ਕੇ ਘਰ 'ਚ ਆ ਗਿਆ, ਉਹਨੂੰ ਹੀ ਬਿਸਕੁਟ ਖਵਾਈ ਜਾਂਦੇ, ਭਾਵੇਂ ਬਾਪੂ ਨੂੰ ਰੋਟੀ ਨਾ ਖਵਾਉਂਦਾ ਹੋਵੇ ਕੋਈ, ਤੇ ਕੁੱਤੇ ਦੇ ਮਗਰ
ਗਾਂ ਨੂੰ ਪੇੜਾ ਜ਼ਰੂਰ ਖਵਾਉਣਗੇ, ਮਾਂ ਭਾਵੇਂ ਭੁੱਖੀ ਬੈਠੀ ਹੋਵੇ ਘਰ 'ਚ, ਹੈ ਨਾ, ਪਰ ਉਹ ਸੰਜੋਗ ਨੂੰ ਅਸੀਂ ਸਮਝਦੇ ਨਹੀਂ। ਜੋ ਸਤਿਗੁਰ ਮਹਾਰਾਜ ਨੇ ਸਾਨੂੰ ਦਿੱਤਾ ਉਹਦੇ ਵਾਸਤੇ ਸ਼ੁਕਰਾਨਾ ਕੀਤਾ ਜਾ ਸਕਦਾ ਹੈ, ਅਤੇ ਜਿੰਨਾ ਵੀ ਕੀਤਾ ਜਾ ਸਕਦਾ ਉਹਨਾਂ ਥੋੜ੍ਹਾ ਹੁੰਦਾ ਹੈ। ਸੋ ਇਹ ਸਾਰਾ ਕੁਝ ਸੰਜੋਗ ਦੇ ਇੱਕ ਚੱਕਰ 'ਚ ਪਰਮਾਤਮਾ ਨੇ ਨਾ ਧਰਤੀ ਨੂੰ ਪਰੋਇਆ ਹੋਇਆ। ਗੁਰੂ ਸਾਹਿਬ ਇੱਥੋਂ ਤੱਕ ਕਹਿੰਦੇ ਆ ਕਿ ਅਸੀਂ ਨਾ ਇੱਦਾਂ ਵਾ ਜਿਵੇਂ ਮਨਕੇ ਹੁੰਦੇ ਹਾਂ, ਮੋਤੀਆਂ ਵਰਗੇ ਹਾਂ ਅਸੀਂ, ਅਤੇ ਉਹਨੇ ਇੱਕ ਡੋਰੀ ਸਾਡੇ 'ਚ ਪਰੋਈ ਆ। ਹੁਣ ਡੋਰੀ ਵੱਡੀ ਹੋਵੇ ਤਾਂ ਮਨਕੇ ਖਿਲਰੇ ਪਏ ਹੁੰਦੇ ਨੇ, ਪਰ ਜਦੋਂ ਡੋਰੀ ਨੂੰ ਖਿੱਚੀਏ ਨਾ ਮਨਕੇ ਇੱਕਦਮ ਇਕੱਠੇ ਹੋ ਜਾਂਦੇ, ਸਾਰੇ ਇੱਕੇ ਥਾਂ 'ਤੇ ਆ ਜਾਂਦੇ। ਡੋਰੀ ਉਹਦੇ ਹੱਥ 'ਚ ਉਹਨੇ ਖਿਲਾਰ ਕੇ ਰੱਖੇ, ਜਦੋਂ ਖਿੱਚਦਾ ਉਦੋਂ ਇਕੱਠੇ ਕਰ ਦਿੰਦਾ ਹੈ। ਸੰਜੋਗ ਵਿਜੋਗ ਤੁਰੋਂ ਹੀ ਹੁਆ, ਸੰਜੋਗ ਮਿਲ ਵਿਛੜਿਆ, ਵਿਜੋਗ ਮਿਲ ਵਿਛੜਿਆ, ਸੰਜੋਗੀ ਮੇਲ। ਵਿਜੋਗ ਕਰਕੇ ਵਿਛੜ ਜਾਂਦੇ ਆ, ਸੰਜੋਗ ਕਰਕੇ ਮਿਲ ਪੈਂਦੇ ਆ। ਸੋ ਇਹ ਬੰਧਨ ਹੁੰਦੇ ਨੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਆ ਕਿ ਇੱਥੇ ਮਿੱਤ ਪੈਂਜੇ ਮਿੱਤ ਬਿਗਸੇ, ਜਿਸ ਮਿੱਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਇਹ ਗੁਰੂ ਸਾਹਿਬ ਕਹਿੰਦੇ ਕੱਪੜਾ ਸੀ ਕੇਵਲ ਸਰੀਰ ਦਾ। ਮਿੱਤ ਪੈਂਜੇ ਦਾ ਮਤਲਬ ਜੇ ਮਿੱਤਰ ਨੇ ਨਵਾਂ ਸੂਟ ਪਾਇਆ ਹੋਵੇ ਤੇ ਦੂਜਾ ਵੇਖ ਕੇ ਦੁਖੀ ਨਹੀਂ ਹੁੰਦਾ। ਮਿੱਤਰ ਨੂੰ ਮਿੱਤਰ ਵੇਖ ਕੇ ਖੁਸ਼ ਹੁੰਦਾ ਕਿ ਅੱਜ ਇਹਨੇ ਨਵਾਂ ਸੂਟ ਪਾਇਆ, ਅਤੇ ਜਿਹਦੇ ਅੰਦਰ ਈਰਖਾ ਹੋਏਗੀ ਉਹ ਦੁਖੀ ਹੋ ਸਕਦਾ ਹੈ। ਸਤਿਗੁਰ ਕਹਿੰਦੇ ਮਿੱਤ ਪੈਂਜੇ, ਮਿੱਤਰ ਨੇ ਨਵਾਂ ਕੱਪੜਾ ਪਾਇਆ, ਮਿੱਤ ਬਿਗਸੇ, ਦੂਸਰਾ ਮਿੱਤਰ ਖੁਸ਼ ਹੋ ਗਿਆ। ਜਿਸ ਮਿੱਤ ਕੀ ਪੈਜ ਭਾਵੇ, ਕਹਿੰਦੇ ਇਹ ਹੁੰਦਾ ਕਿ ਮਿੱਤਰ ਨੂੰ ਵੇਖ ਕੇ ਮਿੱਤਰ ਖੁਸ਼ੀ ਹੋਵੇ, ਨਾ ਕਿ ਰੋਣਾ ਹੋਵੇ ਕਿ ਚਲੇ ਚੱਲਿਆ। ਸਤਿਗੁਰੂ ਮਹਾਰਾਜ ਕਹਿੰਦੇ ਇਹ ਹਰ ਗੁਰੇ ਭਾਣਾ ਦੀ ਵਡਿਆਈ ਹੈ, ਅਤੇ ਗੁਰੂ ਨੂੰ ਚੰਗਾ ਲੱਗਿਆ ਉਹਨੇ ਵਡਿਆਈ ਦੇ ਦਿੱਤੀ, ਉਹਨੂੰ ਚੰਗਾ ਲੱਗਿਆ ਉਹ ਲੈ ਚੱਲਿਆ। ਇਹ ਬਾਣੀ ਜਿਹੜੀ ਆ ਇਹ ਬੜਾ ਇਤਿਹਾਸਿਕ ਪੱਖ ਰੱਖਦੀ ਪਈ ਆ। ਇਹ ਸਾਡੇ ਦੇਖੋ ਦੋ ਕੰਮ ਸਾਡੀ ਜ਼ਿੰਦਗੀ 'ਚ ਜ਼ਰੂਰ ਹੋਣੇ ਆ, ਇੱਕ ਜਨਮ ਜ਼ਰੂਰ ਹੁੰਦਾ ਅਤੇ ਇੱਕ ਮੌਤ ਜ਼ਰੂਰ ਹੁੰਦੀ ਆ, ਅਤੇ ਦੋਨਾਂ ਦੀ ਮਰਿਆਦਾ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਿੱਤੀ ਆ। ਜੰਮਨ ਮਰਨਾ ਹੁਕਮ ਹੈ, ਪਾਣਿਆ ਬਜਾਏ ਭਾਣਾ ਹੁਕਮ। ਅਸੀਂ ਮੌਤ ਨੂੰ ਹੁਕਮ ਮੰਨਦੇ ਹਾਂ, ਮੌਤ ਨੂੰ ਭਾਣਾ ਮੰਨਦੇ ਹਾਂ। ਜਨਮ ਨੂੰ ਨਾ ਤਾਂ ਭਾਣਾ ਮੰਨਦੇ ਹਾਂ ਨਾ ਹੁਕਮ ਮੰਨਦੇ ਹਾਂ। ਗੁਰੂ ਜਦੋਂ ਕਹਿੰਦਾ ਹੈ ਜੰਮਣਾ ਵੀ ਹੁਕਮ, ਮਰਨਾ ਵੀ ਹੁਕਮ, ਆਉਣਾ ਵੀ ਭਾਣਾ ਅਤੇ ਚਲੇ ਜਾਣਾ ਵੀ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਨਾ ਦੋਨਾਂ ਨੂੰ ਇੱਕ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਦਿਨ ਆਉਂਦਾ ਰਾਤ ਚਲੇ ਜਾਂਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪੁੱਤਰ ਚੜ੍ਹਾਈ ਕੀਤਾ ਸੀ, ਬਾਬਾ ਅਟਲ ਰਾਏ ਜੀ। ਛੋਟੀ ਜਿਹੀ ਉਮਰ 'ਚ ਸੀ ਨਾ, ਬਾਬਾ ਅਟਲ ਰਾਏ ਸਾਹਿਬ ਚੜ੍ਹਾਈ ਕਰ ਗਏ। ਹਾਲਾਂਕਿ ਉਹ ਚਲੋ ਮੋਹਨ ਨੂੰ ਆਪਣੇ ਇੱਕ ਮਿੱਤਰ ਨੂੰ ਨਾ ਜਿਉਂਦਾ ਕਰਤਾ। ਗੁਰੂ ਸਾਹਿਬ ਕਹਿੰਦੇ ਜਾਂ ਤੈਨੂੰ ਜਾਣਾ ਪਏਗਾ ਜਾਂ ਮੈਂ ਜਾਣਾ। ਕਹਿੰਦਾ ਨਹੀਂ ਸਤਿਗੁਰੂ ਮਹਾਰਾਜ ਮੈਂ ਜਾਵਾਂਗਾ। ਚੜ੍ਹਾਈ ਕੀਤਾ। ਸਾਂਢੂ ਸੀ ਸਾਈਂ ਦਾਸ, ਡਰੌਲੀ ਰਹਿਣ ਵਾਲਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਸਾਂਢੂ ਮਿਲਣ ਵਾਸਤੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਕਹਿੰਦਾ ਦੁੱਖ ਨਹੀਂ ਹੋਇਆ ਸਤਿਗੁਰੂ ਮਹਾਰਾਜ ਪੁੱਤਰ ਚੜ੍ਹਾਈ ਕਰ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸਾਈਂ ਦਾਸ ਇੱਕ ਲੀਕ ਵਾ, ਜ਼ਮੀਨ 'ਤੇ ਲੀਕ ਵਾ ਦਿੱਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਲੀਕ ਮਟੇ ਦੇ। ਸਾਈਂ ਦਾਸ ਨੇ ਮਟੇ ਦਿੱਤੀ। ਹੁਕਮ ਮੰਨਣ ਵਾਲਾ ਸੀ, ਸਿੱਖ ਸੀ, ਇੱਕ ਤਾਂ ਇੱਕ ਸਾਂਢੂ ਸੀ, ਇੱਕ ਪਾਸੇ ਸਿੱਖ ਸੀ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਲੀਕ ਵਾਈ ਖੁਸ਼ੀ ਹੋਈ ਸੀ। ਕਹਿੰਦਾ ਨਹੀਂ ਸਤਿਗੁਰੂ ਮਹਾਰਾਜ ਖੁਸ਼ੀ ਵਾਲੀ ਕਿਹੜੀ ਗੱਲ, ਤੁਸੀਂ ਕਿਹਾ ਤੁਹਾਡਾ ਹੁਕਮ ਸੀ ਲੀਕ ਵਾਤੀ, ਅਤੇ ਜਦੋਂ ਮਟੇਈ ਉਦੋਂ ਦੁੱਖ ਹੋਇਆ। ਕਹਿੰਦੇ ਨਹੀਂ ਮਹਾਰਾਜ ਤੁਹਾਡਾ ਹੁਕਮ ਸੀ, ਲੀਕ ਮਟੇਣ ਲੱਗਿਆ ਦੁੱਖ ਕਿਉਂ। ਸਤਿਗੁਰੂ ਮਹਾਰਾਜ ਕਹਿੰਦੇ ਆ ਲੀਕਾਂ ਹੀ ਆ ਜਿਹੜੀਆਂ ਬਣਦੀਆਂ ਰਹਿੰਦੀਆਂ ਅਤੇ ਮਿਟਦੀਆਂ ਰਹਿੰਦੀਆਂ। ਇਹ ਲੀਕਾਂ ਹੀ ਆ ਜ਼ਿੰਦਗੀ 'ਤੇ। ਆ ਜੋ ਅਸੀਂ ਕੁਝ ਦੇਖਦੇ ਪਏ ਆ ਨਾ, ਅਸੀਂ ਅੱਜ ਦਿਖਦੇ ਹੋ ਸਕਦਾ ਕੱਲ੍ਹ ਨਾ ਦਿਸੀਏ। ਇਹ ਲੀਕ ਅੱਜ ਵੀ ਵਾਹੀ ਹੋਈ ਆ, ਪਰਮਾਤਮਾ ਨੇ ਕੱਲ੍ਹ ਨੂੰ ਮਿਟ ਜਾਣੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਹੁਕਮ ਆ, ਅਤੇ ਹੁਕਮ 'ਚ ਰਹਿਣ ਵਾਲਾ ਦੁਖੀ ਨਹੀਂ ਕਦੀ ਵੀ ਹੁੰਦਾ। ਜਿਹੜਾ ਹੁਕਮ ਤੋਂ ਬਾਹਰ ਰਹਿੰਦਾ ਹੈ ਨਾ ਉਹ ਦੁਖੀ ਹੁੰਦਾ ਹੈ। ਹੁਕਮ ਮੰਨਣ ਵਾਲਾ ਕਦੀ ਦੁਖੀ ਨਹੀਂ ਹੋਏਗਾ। ਅਤੇ ਹੁਕਮ 'ਚ ਜਦੋਂ ਅਸੀਂ ਵਰਤਦਾ ਹੈ ਨਾ, ਕੋਈ ਹੁਕਮ ਵਰਤ ਜੇ, ਅਸੀਂ ਕਹਿੰਦੇ ਨਹੀਂ ਆਹ ਮੇਰੇ ਨਾਲ ਨਹੀਂ ਸੀ ਹੋਣਾ ਚਾਹੀਦਾ, ਆਹ ਅਨਹੋਣੀ ਹੋ ਗਈ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸੀ ਅਨਹੋਣੀ ਕੋਈ ਨਹੀਂ ਹੁੰਦੀ, ਉਹੀ ਹੁੰਦੀ ਜੋ ਹੋ ਜਾਣੀ ਆ। ਹਮੇਸ਼ਾ ਹੁੰਦਾ ਹੀ ਉਹੀ ਸੰਸਾਰ 'ਚ ਜਿਹੜਾ ਹੋਣ ਵਾਲਾ ਸੀ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਕਦੀ ਨਹੀਂ ਹੁੰਦੀ, ਜੋ ਹੋ ਜਾਣੀ ਉਹੀ ਹੁੰਦੀ ਅਸਲ ਦੇ ਵਿੱਚ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕੇਵਲ ਸ਼ੁਕਰਾਨਾ, ਕੇਵਲ ਬਾਣੀ,
ਨਾਮ ਦੇ ਨਾਲ ਜੁੜੇ ਰਹੋ। ਸਤਿਗੁਰੂ ਕਹਿੰਦੇ ਫਿਰ ਉਹ ਹੁਕਮ ਦੇ ਵਿੱਚ ਵੀ ਸੁੱਖ ਪ੍ਰਤੀਤ ਹੁੰਦਾ ਹੈ, ਹੁਕਮ ਦੇ ਵਿੱਚ ਰਜਾ ਦੇ ਵਿੱਚ ਵੀ ਆਨੰਦ ਰਹਿੰਦਾ ਹੈ, ਦੁਖੀ ਨਹੀਂ ਇਨਸਾਨ ਹੁੰਦਾ। ਸੋ ਇਹ ਸ਼ਬਦ ਜਿਹੜਾ ਅਸੀਂ ਬਾਣੀ ਪੜ੍ਹ ਕੇ ਆਏ ਰਾਮਕਲੀ ਸਦ, ਇਹਦੇ 'ਚ ਹੁਕਮ ਦੀ ਗੱਲ ਹੈ ਕਿ ਜਦੋਂ ਰੱਬ ਦਾ ਹੁਕਮ ਆ ਜੇ ਉਦੋਂ ਗੁਰੂ ਵੀ ਤਾਂ ਚਲੇ ਗਏ ਨਾ ਸੰਸਾਰ ਤੋਂ, ਸਰੀਰਕ ਤੌਰ 'ਤੇ ਤਾਂ ਚਲੇ ਗਏ, ਅਤੇ ਮਰਦਾ ਵੀ ਇਕੱਲਾ ਸਰੀਰ ਹੀ ਜੇ। ਸਰੀਰ ਇਕੱਲਾ ਮਰਦਾ ਹੈ, ਆਤਮਾ ਕਦੀ ਨਹੀਂ ਮਰਦੀ। ਜਦੋਂ ਘਰੇ ਬੰਦਾ ਤਾਂ ਉਹੀ ਪਿਆ ਹੁੰਦਾ ਹੈ, ਅਤੇ ਜਦੋਂ ਵਿੱਚੋਂ ਆਤਮਾ ਨਿਕਲ ਜਾਂਦੀ ਸਰੀਰ 'ਤੇ ਸਰੀਰ ਹੀ ਰਹਿੰਦਾ ਨਾ, ਉਹੀ ਜਿਹੜਾ ਤੁਰਦਾ ਫਿਰਦਾ ਸੀ। ਕਿਉਂ ਨਹੀਂ ਤੁਰਦਾ ਫਿਰਦਾ? ਕਿਉਂਕਿ ਵਿੱਚ ਉਹ ਜਿਹੜੀ ਪਰਮਾਤਮਾ ਦੀ ਸ਼ਕਤੀ, ਤਾਕਤ, ਸੱਤਾ ਆਤਮਾ ਸੀ ਉਹ ਚਲੇ ਜਾਂਦੀ ਵਿੱਚੋਂ। ਉਹ ਤਾਂ ਨਹੀਂ ਅਸੀਂ ਕਿਹਾ ਕਿ ਆਤਮਾ, ਕਦੀ ਨਹੀਂ ਕਹਿੰਦੇ ਕਿ ਆਤਮਾ ਮਰ ਗਈ, ਅਸੀਂ ਕਹਿੰਦੇ ਸਰੀਰ ਮਰ ਗਿਆ। ਸਰੀਰ ਦਾ ਸੰਸਕਾਰ, ਸਰੀਰ ਨੂੰ ਦਫਨਾਓ, ਸਰੀਰ ਨੂੰ ਜਲ ਪ੍ਰਵਾਨ ਕਰ ਦਿਓ। ਤਾਂ ਸਰੀਰ ਦੀਆਂ ਕਿਰਿਆਵਾਂ ਹੁੰਦੀਆਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਸ ਕਰਕੇ ਸਰੀਰ ਨੂੰ ਜੋ ਮਰਜ਼ੀ ਕਰੀ ਜਾਓ, ਪੁੰਨ ਕੀਤੇ ਪਾਪ ਕੀਤੇ ਇਹਦਾ ਫਲ ਆਤਮਾ ਦੇ ਨਾਲ ਆ, ਸਰੀਰ ਦੇ ਨਾਲ ਨਹੀਂ। ਸਰੀਰ ਕੇਵਲ ਸੰਸਾਰ 'ਚ ਦਿਖਦਾ ਪਿਆ ਹੈ, ਆਤਮਾ ਦਿਸਦੀ ਨਹੀਂ ਪਈ, ਆਤਮਾ ਚਲੇ ਜਾਂਦੀ ਹੈ। ਸੋ ਇਹ ਮਰਿਆਦਾ ਹੈ ਜੀ, ਸਾਡੇ ਜੀਵਨ 'ਚ ਮਰਿਆਦਾ ਦੇ ਵਿੱਚ ਬੱਝਿਆ, ਅਤੇ ਮਰਿਆਦਾ 'ਚ ਸਾਨੂੰ ਰਹਿਣਾ ਚਾਹੀਦਾ। ਅਤੇ ਖਾਸ ਕਰਕੇ ਸਾਡੇ ਜਿਹੜੇ ਆਗੂ ਹੁੰਦੇ ਆ, ਮੁਖੀ ਹੁੰਦੇ ਆ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅੰਤਮ ਸਮੇਂ ਦੀ ਮਰਿਆਦਾ ਕਿਹੜੀ ਆ, ਜਨਮ ਸਮੇਂ ਦੀ ਮਰਿਆਦਾ ਕਿਹੜੀ ਆ। ਜੇ ਨਾ ਪਤਾ ਹੋਵੇ ਤਾਂ ਤਾਂ ਹੀ ਉਹ ਤੁਹਾਨੂੰ ਰੋਜ਼ ਕਹੀਦਾ ਕਿ ਰਹਿਤ ਮਰਿਆਦਾ ਜ਼ਰੂਰ ਪੜ੍ਹਿਆ ਕਰੋ। ਕੋਈ ਗ੍ਰੰਥੀ, ਕੋਈ ਆਗੂ ਜਦੋਂ ਕੋਈ ਮਰਿਆਦਾ ਤੋਂ ਬਾਹਰ ਦੀ ਕੋਈ ਗੱਲ ਕਰਨ ਲੱਗੇ, ਉਹਨੂੰ ਕਹੋ ਨਹੀਂ ਜੀ ਸਾਡੀ ਮਰਿਆਦਾ ਕਹਿੰਦੀ ਇਸ ਤਰ੍ਹਾਂ ਨਹੀਂ ਕਰਨਾ। ਅਸੀਂ ਤਾਂ ਸਿੱਖਿਆ ਨਾ, ਚਲੋ ਉਹ ਜੋ ਮਰਜ਼ੀ ਕਰੇ, ਪਰ ਜਦੋਂ ਮਰਿਆਦਾ ਤੋਂ ਕੋਈ ਵੀ ਕੰਮ ਉਲਟ ਹੁੰਦਾ, ਤੁਸੀਂ ਕਹਿ ਤਾਂ ਸਕਦੇ ਹੋ ਨਾ, ਨਹੀਂ ਤੁਹਾਡਾ ਹੱਕ ਬਣਦਾ ਹੈ ਕਹਿਣ ਦਾ ਕਿ ਨਹੀਂ ਜੀ ਆਹ ਮਰਿਆਦਾ ਨਹੀਂ ਆ, ਆਹ ਕੰਮ ਨਹੀਂ ਹੋਣਾ ਚਾਹੀਦਾ, ਮਰਿਆਦਾ ਦੇ ਅਨੁਸਾਰ ਕਰੋ ਜੋ ਵੀ ਹੋਣਾ ਚਾਹੀਦਾ। ਪੜ੍ਹੀਏ ਜੀ ਅੱਗੇ। ਰਾਮਕਲੀ ਮਹੱਲਾ ਪੰਜਵਾਂ। ਛੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰੈ ਗੂੜਾ, ਨਾਲ ਹੋਵੰਦਾ ਲਹਿ ਨ ਸਕੰਦਾ, ਸੁਆਉ ਨ ਜਾਣੇ ਮੂੜਾ, ਮਾਇਆ ਮਦ ਮਾਤਾ ਹੋਸ਼ੀ ਬਾਤਾ, ਮਿਲਨ ਨਾ ਜਾਈ ਭਰਮ ਧੜਾ, ਕਹ ਨਾਨਕ ਗੁਰ ਬਿਨ ਨਾਹੀ ਸੂਝੈ, ਹਰ ਸਾਜਨ ਸਭ ਕੇ ਨਿਕਟ ਖੜਾ, ਗੋਬਿੰਦਾ ਮੇਰੇ ਗੋਬਿੰਦਾ, ਪ੍ਰਾਨ ਆਧਾਰਾ ਮੇਰੇ ਗੋਬਿੰਦਾ, ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਾਤਾਰਾ ਮੇਰੇ ਕਿਰਪਾਲਾ, ਦਾਨ ਦਾਤਾਰਾ ਅਪਰ ਅਪਾਰਾ, ਘਟ ਘਟ ਅੰਤਰ ਸੋਹਨਿਆ, ਇਕ ਦਾਸੀ ਤਾਰੀ ਸਬਲ ਪਸਾਰੀ, ਸਬਲ ਸਬਲ ਬਲ ਸਹਿਤ, ਇਕ ਦਾਸੀ ਧਾਰੀ ਸਬਲ ਪਸਾਰੀ, ਜੀ ਜੰਤ ਲੈ ਮੋਹਨਿਆ, ਜਿਸ ਨਾਉ ਰਾਖੇ ਸੋ ਸਚ ਭਾਖੈ, ਗੁਰ ਕਾ ਸ਼ਬਦ ਵਿਚਾਰਾ, ਕਹ ਨਾਨਕ ਜੋ ਪ੍ਰਭ ਕੋ ਭਾਨਾ, ਤਿਸਹੀ ਕੋ ਪ੍ਰਭ ਪਿਆਰਾ, ਮਾਨੋ ਪ੍ਰਭ ਮਾਨੋ, ਮੇਰੇ ਪ੍ਰਭ ਕਾ ਮਾਨੋ, ਜਾਨੋ ਪ੍ਰਭ ਜਾਨੋ, ਸੁਆਮੀ ਸੁਗੜ ਸੁਜਾਨੋ, ਸੁਗੜ ਸੁਜਾਨਾ ਸਤ ਪ੍ਰਧਾਨਾ, ਅੰਮ੍ਰਿਤ ਹਰ ਕਾ ਨਾਮਾ, ਚਾਖ ਅਘਾਨੇ ਸਾਰੰਗ ਪਾਣੇ, ਜਿਨਕੇ ਭਾਗ ਮਥਾਨਾ, ਤਿਨਹੀ ਪਾਇਆ ਤਿਨਹਿ ਧਿਆਇਆ, ਸਗਲ ਤਿਸੇ ਕਾ ਮਾਨੋ, ਕਹੋ ਨਾਨਕ ਥਿਰ ਤਖਤ ਨਿਵਾਸੀ, ਸੱਚ ਤਿਸੇ ਦੀਬਾਨੋ,
मंगला हर मंगला, मेरे प्रभ कै सुनिए मंगला। सोहिलड़ा प्रभ सोहिलड़ा, अनहद धुनिए सोहिलड़ा। अनहद वाजे शब्द अगाजे, नित नित जिसे बधाई। सो प्रभ ध्याइए सब किश पाइयै, मरे न आवे जाई। चुकी प्यासा पूरन आसा, गुरमुख मिल निर्गुनिया। कहो नानक कर प्रभ मेरे कै, नित नित मंगल सुनिए। रामकली महला पंजवा, हर हर ध्याए मना। खिन नाम विसारिय, राम रामा राम रमा। कंठ उर धारिय, उर धार हर पर पुरख पूरन। पार ब्रह्म निरंजन, पै दूर करता पाप हरता। दुसें दुख पव खंडन, जगदीश ईश गोपाल माधो। गुण गोविंद विचारिय, मिनवंत नानक मिल संग साधु। दिन सरैन चितारिय, चरण कमल आधार जन का आसरा। माल मिल्क भंडार नाम अनंत तरा। नाम नरहर निधान जिनकै, रस भोग एक नारायणा। रस रूप रंग अनंत बीठल, सास सास ध्याए ना। किल विखहरना नाम पुने चरना, नाम जम की त्रास हरा। मिनवंत नानक रास जन की, चरण कमल आसरा। गुण बेअंत स्वामी तेरे, कोई ना जानई। देख चलत दयाल, सुन भगत बखानई। जी जंत सब तुझ ध्यावै, पुरख पत परमेश्वरा। सर्व जाचक एक दाता, करना मैं जगदीश्वरा। साधु संत सुजान सोई, जिस है प्रभ जी मानही। बिनवंत नानक करहो कृपा, सोए तुझे पछानई। मोहि निर्गुण अनाथ शरणी आया, बल 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 गुरुदेव। जिन नाम दिरड़ाया, गुर नाम दिया कुशल थिया। सर्व इच्छा पुनिया, जलने बुझाई शांति आई। मिले चिरी विशुन्या, आनंद हरख सहज साचे। महामंगल गुण गाया, भिनवंत नानक नाम प्रभ का। गुर पूरे ते पाया, रामकली महला पंजवा। रुन चुनो शब्द अनाहद, नित उट गाइए संतन कै। किल विख सब दोख विनाशन, हर नाम जपिए गुर मंतन कै। हर नाम लीजै अम्यो पीजै, रैन दिनस आराधिया। जोगदान अनेक क्रिया, लग चरण कमलह साधिया। भाव भगत दयाल मोहन, लोक सगले पर हरै। मिनवंत नानक तरे सागर, ध्याए स्वामी नर हरै। सुख सागर गोबिंद सिमरन,
भगत गावे गुण तेरे राम। आनंद मंगल गुर चरनी लागे, पाए सुख कनेरे राम। सुख निधान मिलिया, दुख हरिया, कृपा कर प्रभ राखिया। हर चरण लागा परम पो भागा, हर नाम रसना भाखिया। हर एक चितवै प्रभ एक गावै, हर एक दृष्टि आया। बिनवंत नानक प्रभ करी कृपा, पूरा सतगुर पाया। मिल रहिए प्रभ साध जना, मिल हर कीर्तन सुनिए राम। कीर्तन सुनिए राम, दयाल प्रभु दामोदर माधो। अंत न पाइए गुनिए राम, दयाल दुख हर शरण दाता। सगल दोख निवारण, मोह सोग विकार बिखड़े। जपत नाम उधारण, सब जी तेरे प्रभु मेरे। कर कृपा सब रेन थीवा, बिनवंत नानक प्रभु मया कीजै। नाम तेरा जप जीवा, राख लिए प्रभ भगत जना। अपनी चरनी लाए राम, आठ पहर अपना प्रभ सिमरह। एको नाम ध्याए राम, ध्याए सो प्रभ तरे भवजल। रहे आमन जाना, सदा सुख कल्याण कीर्तन। प्रभ लगा मीठा भाना, सब इच पुन्नी आस पूरी। मिले सतगुर पूरिया, बिनवंत नानक प्रभ आप मिले। फिर नाहीं दुख विसूरिया, राम कली महला पंजवा शंत। श्लोक चरण कमल शरणागति, अंत मंगल गुण गाम। नानक प्रभ आराधिया, विपत निवारण राम। शंत प्रभ विपत निवारण, तिस बिन अवर न कोहे जियो। सदा सदा हर सिमरिया, जल थल महियल सोहे जियो। जल थल महियल पूर रहया, इक निमख मनो ना विसरै। गुर चरण लागे दिन सुपागै, सर्ब गुण जगदीश्वरै। कर सेव सेवक दिन सरैनी, तिस भावे सो होए जियो। बल जाहे नानक सुख हैं दाते, प्रगास मन तन होए जियो। श्लोक हर सिमरत मन तन सुखी, बिनसी दुतिया सोच। नानक टेक गोपाल की, गोबिंद संकट मोच। शांत पै संकट काटे नारायण, दयाल जियो। हर गुण आनंद गाए, प्रभ दीना नाथ प्रतिपाल जियो। प्रतिपाल चौथ पुरख एक, प्रतिपाल अच्युत पुरख एक। तिसें स्यों रंग लागा, कार चरण मस्तक मेल लीने। सदा अन दिन जागा, जियो पिंड ग्रह थान तिसका।
ਤਨ ਜੋਬਨ ਧਨ ਮਾਲ ਜੀਓ, ਸਦ ਸਦਾ ਬਲ ਜਾਏ ਨਾਨਕ, ਸਰਬ ਜੀਆਂ ਪ੍ਰਤਪਾਲ ਜੀਓ। ਸ਼ਲੋਕ ਰਸਨਾ ਉਚਰੇ ਹਰ ਹਰੇ, ਗੁਣ ਗੋਬਿੰਦ ਵਖਿਆਨ, ਨਾਨਕ ਪਕੜੀ ਟੀਕ ਏਕ, ਪਰਮੇਸ਼ਰ ਰੱਖੈ ਨਿਦਾਨ। ਸ਼ੰਤ ਸੋ ਸੁਆਮੀ ਪ੍ਰਭ ਰਖ ਕਉ, ਅੰਚਲਤਾ ਕੇ ਲਾਗ ਜੀਓ। ਭਜ ਸਾਧੂ ਸੰਗ ਦਿਆਲ ਦੇਵ, ਮਨ ਕੀ ਮਤ ਤਿਆਗ ਜੀਓ। ਇਕ ਓਟ ਕੀਜੈ ਜੀਓ ਦੀਜੈ, ਆਸ ਇਕ ਤਰਨੀ ਤਰੈ। ਸਾਧ ਸੰਗੇ ਹਰਿ ਨਾਮ ਰੰਗੇ, ਸੰਸਾਰ ਸਾਗਰ ਸਭ ਤਰੈ। ਜਨਮ ਮਰਨ ਬਿਕਾਰ ਛੁਟੈ, ਫਿਰ ਨਾ ਲਾਗੇ ਦਾਗ ਜੀਓ। ਬਲ ਜਾਏ ਨਾਨਕ ਪੁਰਖ ਪੂਰਨ, ਫਿਰ ਜਾ ਕਾ ਸੁਹਾਗ ਜੀਓ। ਸ਼ਲੋਕ ਧਰਮ ਅਰਥ ਅਰ ਕਾਮ ਮੋਖ, ਮੁਕਤ ਪਦਾਰਥ ਨਾਥ। ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਤ। ਸ਼ੰਤ ਸਗਲ ਇਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀਓ। ਅਨੰਦ ਪਿਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਗ੍ਰਹਿ ਲਾਲ ਆਏ ਪੁਰਬ ਕਮਾਏ, ਤਾਂ ਕੀ ਉਪਮਾ ਕਿਆ ਗਨਾ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਵਨ ਰਸਨਾ ਗੁਣ ਪਨਾ। ਆਪੇ ਮਿਲਾਏ ਗੈ ਕੰਠ ਲਾਏ, ਤਿਸ ਬਿਨਾ ਨਹੀਂ ਜਾਏ ਜੀਓ। ਬਲ ਜਾਏ ਨਾਨਕ ਸਦਾ ਕਰਤੇ, ਸਭ ਮੈਂ ਰਹਿਆ ਸਮਾਏ ਜੀਓ। ਰਾਗ ਰਾਮ ਕਲੀ ਮਹੱਲਾ ਪੰਜਵਾ। ਰਨ ਝੁੰਝੁਨੜਾ ਗਾਉ ਸਖੀ, ਹਰ ਏਕ ਧਿਆਵੋ। ਸਤਿਗੁਰ ਤੁਮ ਸੇਵ ਸਖੀ, ਮਨ ਚਿੰਦੇ ਅੜਾ ਫਲ ਪਾਵੋ। ਰਾਮ ਕਲੀ ਮਹੱਲਾ ਪੰਜਵਾ। ਰੁੱਤੀ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਰ ਬੰਧਨ ਪ੍ਰਭ ਪਾਰ ਬ੍ਰਹਮ। ਬਾਛੋਂ ਸਾਧਹ ਧੂਰ, ਆਪ ਨਿਵਾਰ ਹਰ ਹਰ ਭਜੋ। ਨਾਨਕ ਪ੍ਰਭ ਭਰਪੂਰ, ਕਿਲ ਵਿਖ ਕਾਟਨ ਭੈ ਹਰਨ। ਸੁਖ ਸਾਗਰ ਹਰਿ ਰਾਏ, ਦੀਨ ਦਿਆਲ ਦੁਖ ਭੰਜਨਾ। ਨੀਤ ਨਾਨਕ ਨੀਤ ਧਿਆਏ, ਸ਼ੰਤ ਜਸ ਗਾਵੋ ਵੱਡ ਭਾਗੀ ਹੋ। ਕਰ ਕਿਰਪਾ ਭਗਵੰਤ ਜੀਓ, ਰੁੱਤੀ ਮਾਂ ਮੂਰਤ ਘੜੀ। ਗੁਣ ਉਚਰਤ ਸੋਭਾਵੰਤ ਜੀਓ, ਗੁਣ ਰੰਗ ਰਾਤੇ ਧਨ ਤੇ ਜਨ। ਜਿਨੀ ਇਕ ਮਨ ਧਿਆਇਆ, ਸਫਲ ਜਨ ਭਇਆ ਤਿਨ ਕਾ। ਜਿਨੀ ਸੋ ਪ੍ਰਭ ਪਾਇਆ, ਪੁੰਨ ਦਾਨ ਨਾ ਤੁਲ ਕਿਰਿਆ। ਹਰ ਸਰਬ ਪਾਪਾਂ ਹੰਤ ਜੀਓ, ਬਿਨਵੰਤ ਨਾਨਕ ਸਿਮਰ ਜੀਵਾ। ਜਨਮ ਮਰਨ ਰਹੰਤ ਜੀਓ। ਸ਼ਲੋਕ ਉਦਮ ਅਗੰਮ ਅਗੋਚਰੋ, ਚਰਨ ਕਮਲ ਨਮਸਕਾਰ। ਕਥਨੀ ਸਾਤੁਦ ਭਾਵਸੀ, ਨਾਨਕ ਨਾਮ ਆਧਾਰ। ਸੰਤ ਸ਼ਰਨ ਸਾਜਨ ਪਰਹੋ,
स्वामी सिमर अनंत सुके ते हरिया थिया। नानक जप भगवंत शंत रुत सरस बसंत माह। चेत वै साख सुख मास जियो। हर जियो नाहू मिलिया। मोलिया मंतन सास जियो। कर नाहू निश्चल आनंद सखिए। चरण कमल पर फुलिया। सुंदर सुगड़ सुजान बेता। गुण गोविंद अमूलिया। वडभाग पाया दुख गवाया। भई पूरन आस जियो। बिनवंत नानक शरण तेरी। मिटी जम की त्रास जियो। श्लोक साध संगत बिन भ्रम मुई। करती कर्म अनेक। कोमल बंधन बांधिया। नानक कर मह लेख। जो भाने से मेलिया। वे छोड़े पी आप। नानक प्रभ शरणागति। जाका वड प्रताप। शंत ग्रीकम रुत अत गाखड़ी। जेठ अखाड़े काम जियो। प्रभ प्रेम विशोह दुहागने। दृष्ट न करी राम जियो। न दृष्टिया विमर्त हावै। महागारभ मुठिया। जलबाज मछली तरफड़ावै। संग माया रुठिया। कर पाप जोनी पै पीत होई। दे सासन जाम जियो। बिनवंत नानक उठ तेरी। राख पूरन काम जियो। श्लोक शरदा लागी संग प्रीत मैं। एक तिल रहन न जाए। मान तन अंतर रव रहे। नानक सहज सुभाए। कर गहलीनी साजन है। जन्म जन्म के मीत। चरण दासी कर लई। नानक प्रभ हित चीत। शंत रुत बरस सुहेलिया। सावन भादवे आनंद जियो। कन उन्नम उठे। जल थल पूरिया मकरंद जियो। प्रभ पूर रहिया सर्ब ठाई। हर नाम नव निध ग्रह परे। सिमर स्वामी अंतर जामी। कुल समूह सब तरे। प्रै रंग जागी न छिदर लागे। कृपाल सद बख्शिंद जियो। बिनवंत नानक हर कंत पाया। सदा मन पाबंद जियो। श्लोक आस प्यासी मैं फिरों। कब पेखूं गोपाल। है कोई साधन संत जाना। नानक प्रभ मेलन हार। बिन मिलबे शांत न उपजै। तिलपल रहन न जाए। हर साधा शरणागति। नानक आस पुजाए। शंत रुत सरद अडंबरो। असु कत के हर प्यास जियो। खोजंती दर्शन फिरत। कब मिलिए गुणतास जियो। बिन कंत प्यारे न सुख सारे। हार कंगन त्रिग बना। सुंदर सुजान चतुर बेती।
सास बिन जैसे तना, ईत उत दह दिस अलोकन। मन मिलन की प्रभ पास प्यास जियो, मन मिलन की प्रभ प्यास जियो। बिनवंत नानक धार कृपा, मेलो प्रभ गुणतास जियो। सलोक जलन बुझी शीतल भये, मन तन उपजी शांत। नानक प्रभ पूरन मिले, दुतिया बिनसी प्रांत। साध पठाए आप हर, साध पठाए आप हर। हम तुम ते नाही दूर, नानक भ्रम पै मिट गए। रमन राम भरपूर, शंत रुत सिसियर शीतल हर। प्रगटे मंगर पोहे जियो, जलन बुझी दर्श पाया। बिनसे माया त्रोह जियो, सब काम पूरे मिल हजूरे। हर चरण सेवक सेविया, हार डोर श्रृंगार सब रस। गुण गाओ लख भेविया, भाओ भगत गोविंद बांछत। जमुना साके जो है जियो, बिनवंत नानक प्रभ आप मेली। तहना प्रेम विशोह जियो, सलोक हर तन पाया सुहागनी। दौलत नाही चीत, संत संजोगी नानका। ग्रह प्रगटे प्रभ मीत, नाद विनोद आनंद कोड। त्रै प्रीतम संग बने, मन बांछत फल पाया। हर नानक नाम पने, शंत हिमकर रुत मन भावती। माघ फगन गुणवंत जियो, सखी सहेली गाओ मंगलो। ग्रह आए हर कंत जियो, ग्रह लाल आए मन ध्याए। सेद सुंदर सोहिया, वन त्रिन त्रिभवन भय हरिया। देख दर्शन मोहिया, मिले स्वामी इछ पुन्नी। मन जपिया निर्मल मंत जियो, बिनवंत नानक नित करहो रलिया। हर मिले श्री तर कंत जियो, सलोक संत सहाई जी के। भवजल तारनहार, सबते ऊंचे जानिया है। नानक नाम प्यार, जिन जानिया से ही तरे। से सूरे से बीर, नानक तिन बलिहारन। हर जप उतरे तीर, शंत चरण विराज सब ऊपरे। मिटिया सगल कलेश जियो, अमन जावन दुख हरे। हर भगत किया परवेश जियो, हर रंग राते सहज माते। तिल न मनते बीसर, तज आप शरणी परे चरनी। सर्वगुण जगदीश्वर, गोविंद गुण निध श्री रंग स्वामी। आद को आदेश जियो, बिनवंत नानक मया धारो। जुग जुगो एक वेश जियो, रामकली महला पहला दखनी। ओंकार
ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜੀ ਬਾਣੀ ਆ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਇਹਦਾ ਨਾਂ ਹੈ ਓੰਕਾਰ। ਓੰਕਾਰ ਬਾਣੀ ਦਾ ਨਾਂ ਹੈ। ਕਈ ਵਾਰੀ ਅਸੀਂ ਇਹਨੂੰ ਆਖ ਦਿੰਦੇ ਹਾਂ, ਕਈ ਅਕਸਰ ਸੁਣੋਗੇ ਤੁਸੀਂ ਦੱਖਣੀ ਓੰਕਾਰ। ਦੱਖਣੀ ਦਾ ਸੰਬੰਧ ਰਾਗ ਰਾਮਕਲੀ ਨਾਲ ਆ। ਦੱਖਣ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਿਹੜੇ ਦੱਖਣੀ ਸੰਗੀਤ ਆ, ਮੱਧ ਪ੍ਰਦੇਸ਼ ਤੋਂ ਪਰਲੇ ਪਾਸੇ ਵਾਲਾ ਇਲਾਕਾ, ਉੱਧਰ ਦੱਖਣੀ ਸੰਗੀਤ ਗਾਇਆ ਜਾਂਦਾ। ਇਹ ਰਾਮਕਲੀ ਰਾਗ, ਉਹ ਰਾਗ ਰਾਮਕਲੀ ਜਿਹੜਾ ਦੱਖਣ ਵਾਲੇ ਪਾਸੇ ਗਾਉਂਦੇ ਆ। ਥੋੜ੍ਹਾ ਬਹੁਤਾ ਫਰਕ ਹੁੰਦਾ, ਜ਼ਿਆਦਾ ਨਹੀਂ, ਕਿ ਦੱਖਣ ਦੇ ਵਿੱਚ ਜਿਹੜਾ ਰਾਮਕਲੀ ਗਾਇਆ ਜਾਂਦਾ ਹੈ, ਇਹ ਉਸ ਰਾਮਕਲੀ ਦੇ ਵਿੱਚ ਬਾਣੀ ਉਚਾਰਨ ਕੀਤੀ ਆ, ਅਤੇ ਬਾਣੀ ਦਾ ਨਾਂ ਕੀ ਆ? ਓੰਕਾਰ। ਜਦੋਂ ਤੁਸੀਂ ਕਿਤੇ ਮੱਧ ਪ੍ਰਦੇਸ਼ ਜਾਓ, ਬੜਵਾ ਖੰਡਵਾ ਝਿਰਨੀਆਂ ਵਾਲੇ ਪਾਸੇ ਜਾਓ, ਉੱਥੇ ਨਾ ਇੱਕ ਨਦੀ ਵਗਦੀ ਆ, ਨਰਮਦਾ ਨਦੀ। ਨਰਮਦਾ ਨਦੀ ਦੇ ਕੰਢੇ 'ਤੇ ਇੱਕ ਤੀਰਥ ਹੈ, ਉਹਨੂੰ ਓਂਕਾਰੇਸ਼ਵਰ ਕਹਿੰਦੇ, ਓੰਕਾਰ ਵੀ ਕਹਿੰਦੇ ਨੇ ਅਤੇ ਓਂਕਾਰੇਸ਼ਵਰ ਵੀ ਕਹਿੰਦੇ ਆ। ਉਹ ਨਦੀ ਦਾ ਪਾਣੀ, ਨਰਮਦਾ ਦਾ, ਬਿਲਕੁਲ ਸਾਫ਼ ਅਤੇ ਨੀਲੇ ਰੰਗ ਦਾ ਪਾਣੀ, ਕਿਉਂਕਿ MP ਦਾ ਜਿਹੜਾ ਇਲਾਕਾ ਮੱਧ ਪ੍ਰਦੇਸ਼ ਦਾ, ਉੱਥੇ ਪਾਣੀ ਜਿਹੜਾ ਬੋਰਿੰਗ ਕਰਦੇ ਆ ਨਾ, ਬੋਰ ਕਰਦੇ ਨੇ, ਉਹ ਪਾਣੀ ਪੀਣ ਯੋਗ ਨਹੀਂ ਹੈਗਾ। ਚਾਹ ਬਣਾਉਣ ਵਾਸਤੇ ਵੀ ਪਾਣੀ ਪਤੀਲੇ 'ਚ ਪਾਓ, ਦੁੱਧ ਪਾਓ, ਚਾਹ ਫੁੱਟ ਜਾਏਗੀ ਉਸੇ ਵੇਲੇ। ਕੱਪੜੇ ਧੋਣ ਦੇ ਅਤੇ ਨਹਾਉਣ ਦੇ ਕੰਮ ਆਉਂਦਾ ਹੈ। ਪਾਣੀ ਪੀਣ ਦਾ ਸੋਰਸ ਕਿਹੜਾ ਵਾ? ਨਰਮਦਾ ਨਦੀ। ਜਾਂ ਜੇ ਰਾਜਸਥਾਨ 'ਚ ਜਾਓ ਅਤੇ ਉੱਥੇ ਵੀ ਨਦੀਆਂ ਦੇ ਪਾਣੀ ਪੀਣ ਯੋਗ ਆ, ਬਾਕੀ ਧਰਤੀ ਦੇ ਵਿੱਚ ਪਾਣੀ ਨਹੀਂ ਕੋਈ ਵੀ ਨਿਕਲਦਾ ਪਿਆ। ਇਹ ਨਰਮਦਾ ਨਦੀ ਦੇ ਕੰਢੇ 'ਤੇ ਇੱਕ ਤੀਰਥ ਆ, ਜੈਨੀਆਂ ਦਾ ਤੀਰਥ ਆ, ਓਂਕਾਰੇਸ਼ਵਰ। ਉਸ ਨਦੀ ਦੇ ਵਿੱਚੋਂ ਨਾ ਗੋਲ ਗੋਲ ਪੱਥਰ ਮਿਲਦੇ ਆ, ਵੱਡੇ ਛੋਟੇ, ਵੱਡੇ ਆਕਾਰ ਦੇ। ਉਹਨਾਂ ਨੂੰ ਥੋੜ੍ਹਾ ਜਿਹਾ ਤਰਾਸ਼ਦੇ ਅਤੇ ਸ਼ਿਵਲਿੰਗ ਬਣਾ ਦਿੰਦੇ ਆ। ਹਿੰਦੁਸਤਾਨ ਦੇ ਵਿੱਚ ਮੰਨਿਆ ਜਾਂਦਾ ਕਿ 12 ਜੋਤੀਲਿੰਗ ਨੇ, ਸ਼ਿਵ ਜੀ ਦੇ ਅਸਥਾਨ ਨੇ 12 ਜੋਤੀਲਿੰਗ ਉਹਨਾਂ ਨੂੰ ਕਹਿੰਦੇ। ਉਹਨਾਂ 'ਚੋਂ ਇੱਕ ਓਂਕਾਰੇਸ਼ਵਰ ਵੀ ਜਿਹੜਾ ਵਾ, ਉਹਨਾਂ 12 ਜੋਤੀਲਿੰਗਾਂ ਦੇ ਵਿੱਚੋਂ ਆਉਂਦਾ। ਇੱਕ ਪ੍ਰਸਿੱਧ ਤੀਰਥ ਸਥਾਨ ਸੀ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਉੱਥੇ ਗਏ, ਉੱਥੋਂ ਦੇ ਪਾਂਡਿਆਂ ਨੂੰ ਸੱਚ ਦਾ ਉਪਦੇਸ਼ ਦਿੱਤਾ ਕਿ ਅਸਲ ਦੇ ਵਿੱਚ ਸੱਚ ਕੀ ਆ ਅਤੇ ਤੁਸੀਂ ਕਰਮ ਕਾਂਡ ਕੀ ਕਰਦੇ ਪਏ ਹੋ। ਇਹ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਉਚਾਰਨ ਕੀਤੀ। ਉਸ ਅਸਥਾਨ ਦੀ ਸੇਵਾ, ਉਹ ਜਗ੍ਹਾ ਲੱਭੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਇੰਦੌਰ ਦੀ ਸੰਗਤ ਨੂੰ ਲੈ ਕੇ, ਅਤੇ ਹੋਰ ਜਿਹੜੇ ਆਸੇ ਪਾਸੇ ਖੰਡਵੇ ਦੀ, ਝਿਰਨੀਆਂ ਦੀ, ਬੜਵਾ ਦੀ ਸੰਗਤ ਨੂੰ ਨਾਲ ਲੈ ਕੇ ਫਿਰ ਉੱਥੇ ਅਸਥਾਨ ਬਣਾਇਆ। ਅੱਜ ਗੁਰਦੁਆਰਾ ਸਾਹਿਬ ਉੱਥੇ ਹੈ, ਓਂਕਾਰੇਸ਼ਵਰ ਗੁਰਦੁਆਰੇ ਦਾ ਨਾਂ ਹੈ। ਸੋ ਇਹ ਅਸਥਾਨ ਦੀ ਸੇਵਾ ਸੰਭਾਲ ਜਿਹੜਾ ਇੰਦੌਰ ਦੀ ਸੰਗਤ ਕਰਦੀ ਹੈ। ਇਹ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੱਖਣੀ ਰਾਮਕਲੀ ਦੇ ਵਿੱਚ ਉਚਾਰਨ ਕੀਤੀ ਗਈ ਆ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ, ਓੰਕਾਰ ਸ਼ਬਦ ਉਦਰੇ, ਓੰਕਾਰ ਗੁਰਮੁਖ ਤਰੇ, ਓਨਮ ਅੱਖਰ ਸੁਨਹੁ ਵਿਚਾਰ, ਓਨਮ ਅੱਖਰ ਤ੍ਰਿਭਵਨ ਸਾਰ, ਸੁਨ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਓ। ਹੁਣ ਇਹਦੇ 'ਚ ਅੱਖਰ ਜਿੱਦਾਂ ਪੱਟੀ 'ਚ ਸੀ ਨਾ, ਆਸਾ ਪੱਟੀ ਲਿਖੀ, ਅੱਖਰ ਊੜਾ ਐੜਾ ਵਰਤੇ ਸੀ, ਉਵੇਂ ਸਤਿਗੁਰੂ ਮਹਾਰਾਜ ਪਾਤਸ਼ਾਹ ਇੱਥੇ ਅੱਖਰ ਵਰਤਣ ਲੱਗੇ ਆ। ਸੱਸੇ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੈ, ਚੁਨ ਲੈ ਮਾਨਕ ਮੋਤੀ, ਸਮਝੇ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੇ ਸਾਚ ਸੰਭਾਲੇ, ਬਿਨ ਸਾਚੇ ਜਗ ਕਾਚਾ, ਤੱਦੇ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ, ਤੱਦੇ ਧੂਲ ਪੜੇ ਮੁਖ ਮਸਤਕ, ਕੰਚਨ ਭਏ ਮਨੂਰਾ, ਧਨ ਧਰਨੀ ਤਰ ਆਪ ਅਜੂਨੀ, ਤੋਲ ਬੋਲ ਸਚ ਪੂਰਾ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ,
गुर रस गीत बाद नहीं भावै, सुनिए गहर गंभीर गवाया। गुर सच कहिया अमृत लहिया, मन तन साथ सुखाया। आपे गुरमुखी आपे देवै, आपे अमृत पी आया। एको एक कहे सब कोई, हौमै गर्भ व्यापै। अंतर बाहर एक पछानै, इउं कर महल संजापै। प्रभु नेड़े हर दूर न जानहो, एको दृष्ट सबाई। एक ओंकार अवर नहीं दूजा, नानक एक समाई। इस करते को क्यों गह राखो, अफरियो तुल्यो न जाई। माया के देवाने प्राणी, झूठ ठगौरी पाई। लभ लो मोहताज विगुते, इब तो फिर पछताई। एक सरेवै तां गत पा मित पावै, आमन जान रहाई। एक अचार रंग एक रूप, पौन पानी अग्नि असरूप। एको भवर भवे तह लोए, एको बूझै सूझे पत होए। ज्ञान ध्यान ले संसर रहै, गुरमुखी एक बिरला को लहै। जसनो दे कृपा ते सुख पाए, गुरु द्वारे आँख सुनाए। पूरम तूरम जोत उजाला, तीन पवन में गुरु गोपाला। ऊग व्या असरूप दिखावै, कर कृपा अपने कर आवै। ऊनम बरसे नीजर धारा, ऊतम शब्द सवार नहारा। इस एक एका जाने पियो, आपे करता आपे दियो। उगवै सूर असुर संघारै, ऊचों देख शब्द विचारै। ऊपर आद अंत तह लोए, आपे करे कथै सुनै सोए। ओह विदाता मन तन दे, ओह विदाता मान वखरा करके मुख सोए। प्रभ जग जीवन अवर न कोए, राजन राम रवि हितकार। रन में लूजे मनुआ मार, रात दिनंत है रंग राता। तीन पवन जुग चारे जाता, जिन जाता सो तिस ही जेहा। अत निर्मायल सी जस देहा, रहसी राम हृदय इक भाए। अंतर शब्द साच लिव लाए, रोस न कीजे अमृत पीजै। रहन नहीं संसारे, राजे राय रंक नहीं रहना। आए जाए जुग चारे, रहन कहते रहे न कोही। किस पै करो बिनंती, एक शब्द राम नाम निरोधर। गुर देवै पतमती, लाज मरंती मर गई। घूंघट खोल चली, सास दीवानी बावरी। सिर ते संकट टली, प्रेम बुलाई रली स्यों। मन में शब्द आनंद, नाल रती लाली पही। गुरमुख भई नचिंद, लाहा नाम रतन जप सार। लभ लो बुरा अहंकार, लाड़ी चाड़ी लाए तबार। मनमुखी अंधा मुद गवार,
ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ। ਲਾਹਾ ਨਾਮ ਪੂੰਜੀ ਵੇਸਾਹ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ। ਆਏ ਵਿਗੂਤਾ ਜਗ ਜਮ ਪੰਥ, ਆਈ ਨ ਮੇਟਨ ਕੋ ਸਮਰੱਥ। ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਮੈ ਜਿਸ ਦੋਏ। ਆਤ ਹੋਏ ਤਾਂ ਮੁਰਗ ਸਿਆਣਾ, ਆਥ ਹੋਏ ਤਾਂ ਮੁਗਧ ਸਿਆਣਾ। ਭਗਤ ਬਿਹੂਨਾ ਜਗ ਬੌਰਾਨਾ, ਸਭ ਮਹਿ ਵਰਤੇ ਏਕੋ ਸੋਏ। ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ। ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਧੈਰ। ਜੋ ਦਿਸੈ ਸੋ ਆਪੇ ਆਪ, ਆਪ ਪਾਏ ਆਪੀ ਕਟ ਥਾਪ। ਆਪ ਗੋਚਰ ਧੰਦੇ ਲੋਹੀ, ਜੋਗ ਜੁਗਤ ਜਗ ਜੀਵਨ ਸੋਈ। ਕਰ ਆਚਾਰ ਸਤ ਸੁਖ ਹੋਈ, ਨਾਮ ਵਿਹੂਨਾ ਮੁਕਤ ਕਿਵ ਹੋਈ। ਵਿਨ ਨਾਮੇ ਬੈਰੋਧ ਸਰੀਰਾ, ਕਿਉ ਨਾ ਮਿਲਹਿ ਕਾਟੇ ਮਨ ਪੀਰ। ਵਾਟ ਵਟਾਉ ਆਵੇ ਜਾਏ, ਕਿਆ ਲੈ ਆਇਆ ਕਿਆ ਪੱਲੇ ਪਾਏ। ਵਿਨ ਨਾਮੇ ਟੋਟਾ ਸਭ ਥਾਏ, ਲਾਹਾ ਮਿਲੇ ਤਾਂ ਦੇ 부ਝਾਏ। ਵਣਜ ਵਪਾਰ ਵਣਜੇ ਵਾਪਾਰੀ, ਵਿਨ ਨਾਮੈ ਕੈਸੀ ਪਤਸਾਰੀ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਵਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਅਗੰਮ ਹੈ ਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀ ਜਾਂ ਲਏ ਮਿਲਾਏ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ। ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਢਾਲੈ। ਕਸ ਕਸ ਵੱਟੀ ਸਹੇ ਸੁਤਾਓ, ਨਦਸਰਾ ਬੰਨੀ ਸਚੜਾਓ। ਜਗਤ ਪਸੂ ਅਹੰਕਾਲ ਕਸਾਈ, ਕਰ ਕਰਤੇ ਕਰਨੀ ਕਰ ਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਏ ਕਿਛ ਕਹਿ ਨ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ। ਖਰਾ ਖਰਾ ਆਖੇ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ। ਖਾਤ ਪੀਅੰਤ ਮੂਏ ਨਹੀਂ ਜਾਣਿਆ, ਖਿਨ ਮੈਂ ਮੂਏ ਦਾ ਸ਼ਬਦ ਪਛਾਨਿਆ। ਅਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਨਿਆ। ਗਗਨ ਗੰਭੀਰ ਗਗਨ ਅੰਤਰ ਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ। ਗਿਆ ਨ ਆਵੇ ਆਏ ਨਾ ਜਾਏ, ਗੁਰ ਪ੍ਰਸਾਦ ਰਹੇ ਲਿਵ ਲਾਏ। ਗਗਨ ਅਗਮ ਅਨਾਥ ਅਜੋਨੀ, ਅਸਥਿਰ ਚੀਤ ਸਮਾਦ ਸੰਗੋਨੀ। ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ, ਗੁਰਮਤਿ ਸਾਰ ਹੁਰ ਨਾਮ ਬਿਹੂਨੀ। ਕਰਦਰ ਫਿਰਥਾ ਕੀ ਬਹੁ ਤੇਰੇ, ਜਾਤ ਸੰਖ ਅੰਤ ਨਹੀਂ ਮੇਰੇ। ਕੇਤੇ ਮਾਤ ਪਿਤਾ ਸੁਤ ਧੀਆ, ਕੇਤੇ ਗੁਰ ਚੇਲੇ ਫੁਨ ਹੁਆ।
काचे गुर ते मुक्त न हुआ, खेती नार वर एक समाल। गुरमुख मਰਨ जीवन प्रभ नाल, दै दिस ढूंढ घरे मह पाया। मेल पया सतगुरु मिलाया, गुरमुख गावे गुरमुख बोलै। गुरमुख तोल तुलावै तोलै, गुरमुख आवे जाहि निसंग। पर हर मैल जुलाए कलंक, गुरमुख नाद वेद विचार। गुरमुख मज्जन चज अचार, गुरमुख शब्द अमृत है सार। नानक गुरमुख पावें पार, चंचल चीत न रहे ठाए। चोरी मिर्ग अंगूरी खाए, चरण कमल उर धारे चीत। चिरजीवन चेतन नित नीत, चिंतत ही दिसे सब कोहे। चेते एक तहि सुख होए, चित्त वसै राची हर नाहे। मुक्त पया पत स्यों कर जाए, शीजे दे खुले एक गंड। शनित देखो जग हंड, तूप छाव जे सम कर जानै। मंदन काट मुक्त कर आनै, छाया सूसी जग भुलाना। लिखिया किरत तुरे परवाना, शीजे जोबन जरुआ सिरकाल। काया शीजे पई सिबाल, जापे आप प्रभु तह लोए। जुग जुग दाता अवर न कोए, जो पावे त्यों राखी राख। जस जाचों देवे पत साख, जागत जागर हाँ तुद भावा। जा तू मिले तां तुझे समावा। जय जयकार जपो जगदीश, गुरमत मिलिए 20 21। चख बोलन क्या जग स्यों वाद, चूर मरे देखे परमाद। जन्म हुए नहीं जीवन आसा, आए चले पे आस निराशा। चुर चुर चक माटी रल जाए, काल न चांपे हर गुन गाए। पाई नवनिध हर के नाए, आपे देवे सैद सुभाए। ज्ञानो बोले आपे बूझै, आपे समझै आपे सूझै। गुर का कहिया अंक समावै, निर्मल सूचे साचो भावै। गुर सागर रतनी नहीं तोट, लाल पदार्थ साच अखोट। गुर कहिया साकार कमावो, गुर की करनी काहे धावो। नानक गुरमत साथ समावहो, टूटे नेह के बोले सही। टूटे बाँह दुहूँ दिस गही, टूट प्रीत गई बुर बोल। दुर्मत पर हर शाडी ढोल, टूटे गंठ पड़े विचार। गुर शब्दी कर कारज सार, लाहा साच न आवे तोटा। त्रिपन ठाकुर प्रीतम मोटा, ठाको मनुआ राखो ठाए। ठहक मुई अवगन पछताए, ठाकुर एक सबाई नार। बहुते वेश करें कूड़ियार, परकर जाति ठाक रहाई। महल बुलाए ठाक न पाई, शब्द सवारी साच प्यारी।
साई सुहागन ठाकुर धारी, डोलत डोलत ही सखी, फाटे चीर शिंगार, डाह पन तन सुख नहीं, बिन डर बिंठी डार, गर्भ मुई कर आपनै, डिठी कंत सुजान, डर राख्या गुर आपनै, निरपो नाम बखान, डूगर वास तिखा कनी, जब देखा नहीं दूर, तिखा नवारी शब्द माना, अमृत पिया भरपूर, देह देह आखे सब कोई, जय पावे तै देह, गुरु द्वारै देवसी, तिखा निवारे सोए, टंटूलत टंडोलत टूंडत हों फिरी, टह टह पवन करार, भारे टहते टह पहे, हौले निकसे पार, हमार अजाची हर मिले, तिनके हों बल जाहूँ, तिनकी धूड़ अकुलिया, संगत मेल मिलाओ, मान दिया गुर आपनै, पाया निर्मल नाहू, जिन नाम दिया तिसे वसां, तिस बलिहारे जाओ, जो उसारे सो ढाहसी, तिस बिन अवर न कोय, गुर प्रसादी तिस समला, तां तन दुख न होए, ना को मेरा किस गनी, ना को होवा ना होगा, आवन जान भी गुचिया, मुर्दा व्यापै रोग, नाम बिहूने आदमी, कल्लर कंद गिरंत, विरना वे क्यों छुट्टिया, जाए रसातल अंत, गंत गनावे अखरी, अगंत साचा सोए, अज्ञानी मतहीन है, गुर बिन ज्ञान न होए, टूटी तंत्र बावकी, वाजे नहीं विजोग, विछुड़िया मिलै प्रभु, नानक कर संजोग, तरवर काया पंख माना, तरवर पंखी पंच, तत चुगे मिल एक से, तिनको फास न रंच, उड़हें तां बेगुल बेगुले, ताके चूग कनी, पंख टुटे फाही पड़ी, अवगुण भीड़ बनी, बिन साचे क्यों छूटिया, हर गुण कर्म मनी, आप छड़ाए छुटिया, वड्डा आप तनी, गुर प्रसादी छुटिया, कृपा आप करे, आपने हाथ वडाइया, जय पावे तैं दे, थार थार कंपे जीअड़ा, थान विहूना होए, थान मान सच एक है, काज न फीटे कोए, थिर नारायण थिर गुरु, थिर साचा विचार, सुर नर नाथ नाथ तू, सर्बे थान थनंतरी, तू दाता दातार, जह देखा तह एक तू, अंत ना पारावार, थान थनंतर रव रहया, गुर शब्दी विचार, अनमंगिया दान देवसी, वड्डा गम अपार,
दया दान दे आल तू कर कर देखन हार। दया करहि प्रभ मेल लहै खिन मैं ढाही उसार। दाना तू बीना तुही दाना कै सिर दान। दालत पंजन दुख दलना गुरमुख ज्ञान ध्यान। धन गया बह चूरिया धन मैं चीत गवार। धन बिरली सत संचिया निर्मल नाम प्यार। धन गया तां जान देहे जे राचे रंग एक। मन दीजै सिर सौंपिया पी करते की टेक। धंधा तावत रह गए मन में शब्द आनंद। दुर्जन ते साजन भये पेटे गुर गोविंद। बन मन फिरती ढूंढती बस्तर ही कर बार। सतगुर मेली मिल रही जन्म मरण दुख निवार। नाना करतन न छूटिया विन गुण जमपुर जाहे। ना तिस एह ना ओह है अवगुण फिर पछताहे। ना तिस ज्ञान न ध्यान है ना तिस धर्म ध्यान। विन नामे निरपौ कहा क्या जाना अभिमान। थाक रही किव अपना हाथ नहीं ना पार। ना साजन सी रंगुले किस पै करी पुकार। नानक प्रियो प्रियो जे करी मेले मिलनहार। जिन विछोड़ी सो मेलसी गुर का हित अपार। पाप बुरा पापी को प्यारा पाप लदे पापे पासारा। पर हर पाप पछाणे आप ना तिस सोग विजोग संताप। नरक पड़न तो क्यों रह क्यों बंचै जमकाल। क्यों आवन जाना विसर झूठ बुरा खे काल। मन जंजाली बेड़िया पी जंजाला माहे। हर नामे क्यों छूटिया पापे पचे पचाहे। फिर फाही फांसे कौआ फिर पछताना अब क्या हुआ। फाथे चोग चुगे नहीं बूझै सतगुर मिले तां आखी सूझै। ज्यों मछली फाथी जम जाल विन गुर दाते मुक्त न भाल। फिर आवे फिर जाए एक रंग रचै रहे लिवलाए। एव छूटै फिर फास न पाए बीरा बीरा कर रही बीर भये बैराए। बीर चले कर आपने बहन बिरहे जल जाए। बाबुल कह कर बेटड़ी बाली बाले नेहे। जे लोड़ै वर कामनी सतगुर सेवै तेहे। बिरलो ज्ञानी बूझना सतगुर साच मिले ठाकुर हाथ वडाइया। जय भावे तैं दे बानी बिरलो विचारसी।
जेको गुरमुख होए एह बानी महापुरख की, निज कर वासा होए पन पन घड़िए घड़ घड़ भजै, टाहे उसारी उसरी ढाहै, सर पर सुख है पी पर भुख है, समरथ वे परवाह है, परम पुलाने भय दीवाने, विन भागा क्या पाई है, गुरमुख ज्ञान डोरी प्रभ पकड़ी, जे ना खिंचे तिन जाइए, हर गुण गाए सदा रंग राते, बहुड़ न पछोताइए, भब्बे भाले गुरमुख बूझै, ता निज कर वासा पाइए, भब्बे पव जल मार्ग विखड़ा, आसन रासा तरीए, गुर प्रसादी आपो चीनै, जीवत्यां इव मरीए, माया माया कर मुए, माया किसे न साथ, हंस चले उठ डुमना, माया पूली आथ, मन झूठा जम जोहिया, अवगन चले नाल, मन मेहमान उल्टो मरै, जेगन हो मह नाल, मेरी मेरी कर मुए, विन नामे दुख पाल, गढ़ मंदिर महला कहाँ, ज्यों बाजी दीवान, नानक सच्चे नाम वेन, झूठा आमन जान, आपे चतुर स्वरूप है, आपे जान सुजान, जो आवहे से जाहे फुन, आए गए पछताहे, 184 मेदनी, कटै न वधी उताहे, सीजन उबरे जिन हर भाया, धंधा मुआ विगुती माया, जो दिसे सो चालसी, किसको मीत करे जियो संपो अपना, तन मन आगे दे अस्थिर करता तू तने, तिसे की मैं ओट, गुण की मारी होम हुई, शब्दरती मन चोट, राणा राव न को रह, रंग न तुम फकीर, वारी आपो अपने, कोई न बंदे धीर, राहो बुरा पी हावला, सर डूगर असगाह, मैं तन अवगन झुर बोई, बिन गुण क्यों कर जाह, गुनिया गुण लै प्रभ मिले, क्यों तिन मिलो प्यार, तिन्ही जैसी थी रहा, जप जप हृदय मुरार, अवगुनी भरपूर है, गुण पी वसे नाल, विन सतगुर गुण न जापने, जिचर शब्द न करे विचार, लश्करियाँ कर सम्मले, आए वजों लेखाए, कार कमावे सिर तनी, लाहा पल्ले पाए, लभ लो बुरियाइयाँ, छोड़ो मनो विसार, छोड़े मनो विसार, गढ़ दो ही पातशाह की, कदे न आवे हार, चक्कर कहिए खसम का, सोहे उत्तर दे, वजों गवाए अपना, तख्त न बैसे से, प्रीतम हथ वडियाइयां, जय पावे तै दे,
आप करे किसी आखिया और न कोई करे ए। बीजो सूझै को नहीं महे दुलीचा पाए। नरक निवारण नरहे नर साचो साची नाए। वान त्रिन टूंडत फिर रही मन में करूं विचार। लाल रतन बहुमान की सतगुर हाथ भंडार। उत्तम होवा प्रभ मिलै एक मन एक पाए। नानक प्रीतम रस मिले लाहा लै परथाए। रचना राच जिन रची जिन सिरया आकार। गुरमुख बेअंत ध्याईऐ अंत न पारावार। राड़े रूड़ा हर जिय सोई तिस बिन राजा अवर न कोई। राड़े गारुड़ तुम सुनहो हर वसे मन माहे। गुर प्रसादी हर पाईऐ मत को परम भुलाहे। सो शाहु साचा जिस हर तन रास। गुरमुख पूरा तिसा बास। रूढ़ी बानी हर पाहिया गुर शब्दी विचार। आप गया दुख कटिया आप गया दुख कटिया। हर वर पाया नार सोना रूपा संचिया। तन का चा बिखशार शाहो सदाए संच धन। निरदा होए खुआर सचियारी सत संचिया। साचो नाम अमोल हर निर्मायल ऊजल। पत साची सच बोल साजन मीत सुजान तू सरवर तू हंस। साचो ठाकुर मन वसै होम बलिहारी तिस। माया ममता मोहनी जिन कीती सो जान। विख्या अमृत एक है दूजे पुरख सुजान। खिमा विहूने खप गए खूहन लख असंख। गणत ना आवे क्यों गनी खप खप मुए बिसंख। खसम पछाने अपना फूले बंद न पाए। शब्द महली खरा तू खिमा सच सुख पाए। खर्च खरा तन ध्यान तू आपे वसे शरीर। मान तन मुख जापे सदा गुण अंतर मन धीर। हमें खपे खपायसी बीजों वथ विकार। जंतु पाए विच पायन करता अलग अपार। सृष्टि प्यो न जाने कोई सृष्टा करे सुनिश्चय होए। संपे को ईसर ध्याईऐ संपे पुरब लिखे की पाईऐ। संपे कारण चाकर चोर संपै साथ न चालै होर। बिन साचे नहीं दरगह मान हर रस पीवै छुटे निदान। हेरत हेरत हे सखी होए रही हैरान। हाँ हाँ करती मैं मुई शब्द रवै मन ज्ञान। हार डोर कंकन कने करथा की श्रृंगार। मिल प्रीतम सुख पाया
सगल गुना गलहार नानक गुरमुख पाईऐ हर स्यों प्रीत प्यार हर बिन किन सुख पाया देखो मन विचार हर पढ़ना हर बुझना हर पढ़ना हर बुझना हर स्यों रखो प्यार हर जपिए हर ध्याइया हर का नाम आधार लेख न मिटई है सखी जो लिखिया करतार आपे कारण जिन किया कर कृपा पगतार करते हथ वड्याइया बूझो गुर विचार लिखिया फिर न सकिया जो भावी त्यों सार नदर तरी सुख पाया नानक शब्द विचार मनमुख भूले पच मुए उभरे गुर विचार जे पुरख नजर न आवे तिसका क्या कर कहिया जाए बलिहारी गुर आपने जिन हिरदे दिता दिखाए पांदा पढ़िया आखिया विद्या विचरे सहज सुभाए विद्या सोधे तत लहै राम नाम रिवलाए मनमुख विद्या बिकरदा बिख खट्टे बिख खाए मूर्ख शब्द न चीनई सूझ बूझ नहकाए पांदा गुरमुखी आखिया चाटड़िया मत दे नाम संभालो नाम संग्रह लाहा जग में ले सच्ची पट्टी सच मन पढ़िए शब्द सुसार नानक सो पढ़िया सो पंडित बीना जिस राम नाम गलहार राम कली महला पहला सिद्ध गोष्ठ एक ओंकार सतगुर प्रसाद। ਇਹ ਸਿੱਧ ਗੋਸ਼ਟ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਕੀਤੀ ਔਰ ਜੋ ਉਹਨਾਂ ਦੇ ਸਵਾਲ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਤਰ ਸੀ ਇਸ ਬਾਣੀ ਵਿੱਚ ਦਰਜ ਕੀਤੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ 3 ਥਾਵਾਂ ਤੇ ਸਿੱਧ ਗੋਸ਼ਟ ਕੀਤੀ ਆ। ਇੱਕ ਅਚਲ ਬਟਾਲੇ ਕੀਤੀ, ਗੋਰਖ ਮਤੇ ਕੀਤੀ ਤੇ ਤੀਸਰੀ ਜਿਹੜੀ ਸੀ ਸੁਮੇਰ ਪਰਬਤ ਤੇ ਕੀਤੀ। ਵੱਖ-ਵੱਖ ਸਿੱਧਾਂ ਦੇ ਨਾਲ ਸਵਾਲ ਜਵਾਬ ਨੇ, ਉਹਨਾਂ ਦੇ ਸਵਾਲ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇੱਥੇ ਉੱਤਰ ਨੇ। ਸਿੱਧ ਸਭਾ ਕਰੇ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾੜ ਧਰੀ ਤਿਸ ਆਗੈ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਪਾਏ ਜਸ ਲਿਓ ਕਿਆ ਪਵੀਏ ਸਦ ਸੂਚਾ ਹੋਏ ਸਾਧ ਸ਼ਬਦ ਬਿਨ ਮੁਕਤ ਨ ਕੋਏ रहाओ कौन तुम्हें क्या नाम तुम्हारा कौन मार्ग कौन सुवाओ साच कहूँ अरदास हमारी हों संत बना हों संत जना बल जाओ कह बैसो हो कह रहिए बाले कह आवो कह जाहो नानक बोले सुन बैरागी क्या तुम्हारा राहो घट घट बैस निरंतर रहिए चाले सतगुर भाए सहजे आए हुक्म सिधाए नानक सदा रजाए आसन बैसन थिर नारायण ऐसी गुरमत पाए
गुरमुख बूझे आप पछानै, सच्चे सत समाए। दुनिया सागर दुतर कहिए, क्यों कर पाइए पारो। चरपट बोले औधु नानक, देहो सच्चा विचारो। आपे आखे आपे समझै, किसका उत्तर दीजै। साच कहो तुम पार ग्रामी, तुझ क्या बैसन दीजै। जैसे जल में कमल निरालम, मुर्गाई निशान है। सा सुरत शब्द पव सागर तरिय, नानक नाम बखानै। रहे एकांत एको मन बसिया, आसा माहे निरासो। अगम गोचर दीख दिखाए, नानक ताका दासो। सुन स्वामी अरदास हमारी, पूछो साच विचारो। रोस न कीजै उत्तर दीजै, क्यों पाइए गुरुद्वारो। एह मन चलतो सत कर बैसै, नानक नाम आधारो। आपे मेल मिलाहे करता, लागे साथ प्यारो। हाटी बाटी रहे निराले, रूख बिरख उद्याने। कंद मूल चुन कंद मूल आहारो खाइए, औदू बोले ज्ञानै। तीर्थ नाइए सुख फल पाइए, मैल न लागे काई। गोरख पूत लोहा रिपा बोलै, गोरख दा चेला लोहा रिपा जिहड़ा जोगी सी वो बोलदा पिया है। गोरख पूत लोहा रिपा बोलै, जोग जुगत बिदसाई। हाटी बाटी नींद न आवे, पर कर चित न डुलाई। बिन नामे मन टेक न टिकई, नानक भूख न जाई। हाट पटन कर गुरु दिखाया, सहजे साच व्यापारो। सहजे सच व्यापारो, खंडत निंद्रा अल्पहारं। नानक तत् विचारो, दर्शन पेख करो जोगिंद्रा। मुंदरा चोली खिंथा, बारहे अंतर एक सरे वह। खट दर्शन एक पंथा, इन विद मन समझाइए पुरखा। बाढ़ चोट ना खाइए, नानक बोलै गुरमुख बूझै। जोग जुगत इव पाइए, अंतर शब्द निरंतर मुंदरा। हमें ममता दूर करी, काम क्रोध अहंकार निवारै। गुर कै शब्द सो समझ परी, खिंथा चोली भरपुर रहया। नानक तारे एक हरि, साचा साहिब साची नाई। परखे गुर की बात करी, ऊंदो खप्पर पंच पू टोपी। काया कड़ासन मंजा गोटी, सासन तोग संजम है नाल। नानक गुरमुख नाम समाल, कवन सुगुप्ता कवन सुमुक्ता। कवन सुअंतर बाहर जुगता, कवन सुआवे कवन सुजाहे। कवन सुत्रिभवन रहे आसमाए। कट कट गुप्ता गुरमुख मुक्ता, अंतर बाहर शब्द सजुगता। मनमुख बिनसे आवे जाहे, नानक गुरमुख साथ समाए। क्यों कर बादा सरपन खादा, क्यों कर खोया क्यों कर लादा।
क्यों कर निर्मल क्यों कर अंधियारा, एह तत् विचारे सो गुरु हमारा। दुर्मत बाधा सरपन खादा, मनमुख खोया गुरमुख लादा। सतगुर मिलै अंधेरा जाए, नानक हमें मीट समाए। सुन निरंतर दीजे बंद, उड़ै न हंसा पड़े न कंद। सहज गुफा कर जाने साचा, नानक साचे भावे साचा। किस कारण ग्रह तजे उदासी, किस कारण ये पेख निवासी। किस वखर के तुम मंजारे, क्यों कर साथ लंघावो पारे। गुरमुख खोजत भय उदासी, दर्शन के ताई भीख निवासी। साच वखर के हम मंजारे, गुरमुख नानक गुरमुख उतरस पारे। कित बिद पुरखा जन्म वटाया, काहे को तुझ एह मन लाया। कित बिद आता आसा मनसा खाई, कित बिद जोत निरंतर पाई। बिन दंता क्यों खाइए सार, नानक साचा करो विचार। सतगुर कै जन्मै गमन मिटाया, अनहत राते एह मन लाया। मनसा आसा शब्द जलाई, गुरमुख जोत निरंतर पाई। त्रै गुण मेटै खाइए सार, नानक तारे तारनहार। त्रै गुण मेटै खाइए सार, नानक तारे तारनहार।